सत श्री अकाल जी सारिਆਂ ਨੂੰ मैं मनजिंदर औलख एक बार फिर तो ਤੁਹਾਡਾ स्वागत करदा प्रोग्राम हैल्थ एंड वैलनेस ਦੇ ਵਿੱਚ मेरे नाल हमेशा की तरह तो स्टूडियो ਦੇ ਵਿੱਚ साथ दे रहे हैं कमल औलख जी। कमल जी सत श्री अकाल जी सारे व्यूअर्स ਨੂੰ ਮੇਰਾ ਸਤਿ ਸ਼੍ਰੀ ਅਕਾਲ। कमल जी बिफोर वी स्टार्ट विद टुडेज टॉपिक मैं एक बार ਚਾਹਾਂਗਾ कि ਤੁਸੀਂ ਆਪਣੇ ਸਰੋਤਿਆਂ ਨੂੰ ਅਕਾਲ ਫਿਜ਼ੀਓ ਬਾਰੇ ਜਾਣਕਾਰੀ ਦੇ ਦਿਓ ਜੀ। ਅਕਾਲ ਫਿਜ਼ੀਓਥੈਰੇਪੀ ਅਸੀਂ ਪਿਛਲੇ 4 ਸਾਲ ਤੋਂ ਕਮਿਊਨਿਟੀ ਦੀ ਸੇਵਾ ਕਰ ਰਹੇ ਹਾਂ। ਸਾਡੇ ਕੋਲ ਫਿਜ਼ੀਓਥੈਰੇਪੀ, ਮਸਾਜ ਥੈਰੇਪੀ, ਕਾਇਰੋਪ੍ਰੈਕਟਰ, ਆਸਟੀਓਪੈਥੀ ਸਾਰੀਆਂ ਸਰਵਿਸਿਜ਼ ਅਵੇਲੇਬਲ ਨੇ। ਇਸ ਦੇ ਨਾਲ ਅਸੀਂ ਕੰਪਰੈਸ਼ਨ ਸਟਾਕਿੰਗਸ, ਆਰਥੋਟਿਕਸ, ਬ੍ਰੇਸਿਸ ਇਹਨਾਂ ਚੀਜ਼ਾਂ ਦੇ ਵਿੱਚ ਵੀ ਡੀਲ ਕਰਦੇ ਹਾਂ ਔਰ ਜੇ ਕਿਸੇ ਨੂੰ ਕੋਈ ਸਰਵਿਸਿਜ਼ ਚਾਹੀਦੀਆਂ ਨੇ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ। ਥੋੜ੍ਹਾ ਜਿਹਾ ਮੈਂ ਮਨਜਿੰਦਰ ਜੀ ਆਪਣੇ ਵਿਊਅਰਸ ਨੂੰ ਦੱਸਣਾ ਚਾਹੂੰਗੀ ਜਿਵੇਂ ਅਸੀਂ ਹੁਣ ਈਅਰ ਐਂਡ ਵੱਲ ਪ੍ਰੋਸੀਡ ਕਰ ਰਹੇ ਹਾਂ ਸੋ ਸਾਡੇ ਬਹੁਤ ਹੀ ਵਿਊਅਰਸ ਮੇਰੇ ਨਾਲ ਸਹਿਮਤ ਹੋਣਗੇ ਜਿਨ੍ਹਾਂ ਕੋਲ ਐਕਸਟੈਂਡਡ ਹੈਲਥ ਕੇਅਰ ਬੈਨੀਫਿਟਸ ਹੈਗੇ ਨੇ ਕਿ ਇਹ ਈਅਰ ਐਂਡ 'ਤੇ ਆ ਕੇ ਕੋਲੈਪਸ ਕਰ ਜਾਂਦੇ ਨੇ ਬੈਨੀਫਿਟਸ। ਸਾਡੇ ਵਿਊਅਰਸ ਜ਼ਿਆਦਾਤਰ ਇਹ ਸੋਚਦੇ ਨੇ ਕਿ ਓਕੇ ਅਸੀਂ ਯੂਜ਼ ਨਹੀਂ ਕੀਤੇ ਹੈਗੇ ਸੋ ਵੀ ਕੈਨ ਯੂਜ਼ ਦੈਮ ਨੈਕਸਟ ਈਅਰ ਕਿ ਉਹ ਕੈਰੀ ਫੋਰਵਰਡ ਹੋ ਜਾਣਗੇ, ਜਦ ਕਿ ਉਹ ਕੈਰੀ ਫੋਰਵਰਡ ਨਹੀਂ ਹੁੰਦੇ, ਉਹ ਕੋਲੈਪਸ ਕਰ ਜਾਂਦੇ ਨੇ। ਸੋ ਜਿਨ੍ਹਾਂ ਨੂੰ ਡਾਕਟਰ ਨੇ ਆਰਥੋਟਿਕਸ ਐਡਵਾਈਸ ਕੀਤੇ ਹੋਏ ਨੇ ਉਹ ਸਾਡੇ ਕੋਲ ਬਣਵਾ ਸਕਦੇ ਨੇ ਜਾਂ ਜਿਨ੍ਹਾਂ ਨੂੰ ਕੰਪਰੈਸ਼ਨ ਸਟਾਕਿੰਗ ਸਾਡੀਆਂ ਲੇਡੀਜ਼ ਬਹੁਤ ਜ਼ਿਆਦਾ ਲਾਈਕ ਕਰਦੀਆਂ ਨੇ ਕੰਪਰੈਸ਼ਨ ਸਟਾਕਿੰਗਸ ਪਾਉਣੀਆਂ ਔਰ ਦੇ ਆਰ ਬੈਨੀਫੀਸ਼ੀਅਲ ਐਜ਼ ਵੈਲ ਸੋ ਕੰਪਰੈਸ਼ਨ ਸਟਾਕਿੰਗਸ ਬਣਾ ਸਕਦੇ ਹੋ। ਜਾਂ ਫਿਜ਼ੀਓਥੈਰੇਪੀ ਤਾਂ ਚਲੋ ਵੀ ਸੇ ਕਿ ਇਟ ਇਜ਼ ਨੀਡ ਬੇਸਡ ਬਟ ਮਸਾਜ ਥੈਰੇਪੀ ਤੁਹਾਡੀ ਬੋਡੀ ਨੂੰ ਵੈਲ ਟੂ ਡੂ ਰੱਖਣ ਲਈ ਇਟਸ ਵੈਰੀ ਹੈਲਪਫੁਲ ਸੋ ਮਸਾਜ ਕਰਾ ਸਕਦੇ ਨੇ ਸਾਡੇ ਕੋਲ ਔਰ ਆਪਣੇ ਜਿਹੜੇ ਈਅਰ ਐਂਡ ਬੈਨੀਫਿਟਸ ਨੇ ਤੁਸੀਂ ਯੂਜ਼ ਕਰ ਸਕਦੇ ਹੋ ਔਰ ਸਾਡੇ ਨਾਲ ਕੰਟੈਕਟ ਕਰਕੇ ਅਸੀਂ ਅਪਾਇੰਟਮੈਂਟ ਬਣਾਉਂਦੇ ਹਾਂ ਔਰ ਅਕੋਰਡਿੰਗ ਟੂ ਅਪਾਇੰਟਮੈਂਟ ਯੂ ਕੈਨ ਕਮ ਫॉर ਮਸਾਜਸ ਔਰ ਯੂ ਕੈਨ ਹੈਵ ਐਨੀ ਆਫ ਦ ਪ੍ਰੋਡਕਟਸ ਜਿਹੜੇ ਕਿ ਤੁਹਾਨੂੰ ਡਾਕਟਰ ਨੇ ਐਡਵਾਈਸ ਕੀਤੇ ਨੇ ਤੁਸੀਂ ਲੈ ਸਕਦੇ ਹੋ ਤਾਂ ਕਿ ਤੁਹਾਡੇ ਜਿਹੜੇ ਬੈਨੀਫਿਟਸ ਨੇ ਉਹ ਕੋਲੈਪਸ ਨਾ ਕਰਨ। जी थैंक यू कमल जी, ये बहुत वडमूली जानकारी सी। बहुत ही बारी ये इस तरह ही होंगे जी कि कई बार क्लाइंट्स आते हैं वो गल करते हैं कि मेरे पिछले साल के तो मैं यूज़ ही नहीं किए, शायद मैं इस साल यूज़ कर सकता पर बहुत ही बारी इदा नहीं होंगे जी कि वो मोस्ट ऑफ द टाइम वो ईयर टू ईयर कैलेंडर ईयर होंगे, कई बार मिड ऑफ द ईयर टू नैक्सट मिड ऑफ द ईयर होंगे पर वो कोलैप्स कर जाते हैं। आई थिंक जी जिन्हों के बेनीफिट्स है अगर तुहानू कोई इंश्योरेंस कंपनी नाल गलबात करन दे विच मुश्किल आउंदी हैगी या डिटेल च नहीं पता लग कर पा रहे हैगे तुसीं तां वी क्लिनिक ते संपर्क कर सकते हो। साडा स्टाफ उत्थे बैठा है वो तुहानू गाइड करनगे और तुहाडे सामने इंश्योरेंस नाल कॉल करके सारी डिटेल जिहड़ी इन्फॉर्मेशन है वो लै सकते हैगे। कमल जी ये तो चलो बेसिक जानकारी होगी जी। अज दा जिहड़ा हुण टॉपिक हैगा आपां उहदे वल नूं चलदे हां। जिहड़ा असीं अज दा टॉपिक डिस्कस करना है बहुत कॉमन प्रॉब्लम्स आईयां ने जी और आउंदियां हैगियां जिहड़ी गुट दी दर्द है, रिस्ट पेन है और बहुत ही वारी उहदे विच एक कंडीशन सुनन नूं मिलदी है कार्पल टनल सिंड्रोम जी। ਅੱਜ ਜਿਹੜੀ ਚੀਜ਼ ਅਸੀਂ ਆਪਾਂ ਜਿਹੜੇ ਆਪਣੇ ਦਰਸ਼ਕਾਂ ਦੇ ਨਾਲ ਗੱਲ ਕਰਨੀ ਹੈਗੀ ਉਹ ਆਪਾਂ ਕਾਰਪਲ ਟਨਲ ਸਿੰਡਰੋਮ ਦੇ ਉੱਤੇ ਗੱਲ ਕਰਾਂਗੇ ਜੀ। ਉਹਦੇ ਕੀ ਕਾਰਨ ਹੋ ਸਕਦੇ ਆ, ਕਿਹੜੀ ਪਾਪੂਲੇਸ਼ਨ 'ਚੋਂ ਪ੍ਰੈਵਲੈਂਟ ਹੈਗਾ, ਉਹਨੂੰ ਕਿੱਦਾਂ ਪ੍ਰੀਵੈਂਟ ਕੀਤਾ ਜਾ ਸਕਦਾ ਔਰ ਉਹਦੇ ਵਾਸਤੇ ਕਿਹੜੀਆਂ ਟਰੀਟਮੈਂਟ ਦੀਆਂ ਜਿਹੜੀਆਂ ਆਪਸ਼ਨਸ ਨੇ ਉਹ ਅਵੇਲੇਬਲ ਹੈਗੀਆਂ ਜੀ। ਠੀਕ ਹੈ ਜੀ। ਸੋ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ। ਠੀਕ ਹੈ ਜੀ। ਕਾਰਪਲ ਟਨਲ ਅਸੀਂ ਦੇਖਦੇ ਹਾਂ ਸਾਡੀਆਂ ਲੇਡੀਜ਼ ਦੇ ਵਿੱਚ ਅਸੀਂ ਦੇਖਦੇ ਕਿ ਜ਼ਿਆਦਾ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ ਕਾਰਪਲ ਟਨਲ ਦੇ। ਸੋ ਇਹ ਹੁੰਦਾ ਜਿਵੇਂ ਜ਼ਿਆਦਾ ਰੈਪੀਟੇਟਿਵ ਤੁਸੀਂ ਕੋਈ ਮੂਵਮੈਂਟਸ ਕਰ ਲੈਂਦੇ ਹੈਗੇ ਹੋ ਜਾਂ ਤੁਹਾਡੀ ਵਰਕ ਨੇਚਰ ਇੱਦਾਂ ਦੀ ਹੈ ਕਿ ਤੁਸੀਂ ਜ਼ਿਆਦਾ ਕੰਪਿਊਟਰ 'ਤੇ ਕੰਮ ਕਰ ਰਹੇ ਹੋ ਜਾਂ ਅਸੈਂਬਲੀ ਲਾਈਨ ਵਰਕਰਸ ਹੋ, ਹੇਅਰ ਸਟਾਈਲਿਸਟ ਨੇ ਜਾਂ ਆਪਣੇ ਮਿਊਜ਼ੀਸ਼ੀਅਨਸ ਨੇ ਸੋ ਦੇ ਯੂਜ਼ ਰਿਸਟ ਅਲੋਟ ਰਾਈਟ ਹੱਥ 'ਤੇ ਕਾਫੀ ਜ਼ਿਆਦਾ ਉਹਨਾਂ ਦੇ ਮੂਵਮੈਂਟਸ ਹੁੰਦੀਆਂ ਨੇ ਸੋ ਉਹਦੇ ਕਰਕੇ ਆਈ ਥਿੰਕ ਕਾਰਪਲ ਟਨਲ ਉਹ ਸਾਰੀਆਂ ਜਿਹੜੇ ਫੈਕਟਰਸ ਤੁਸੀਂ ਦੱਸੇ ਨੇ ਇਹ ਇਸ ਪਾਪੂਲੇਸ਼ਨ ਦੇ ਵਿੱਚ ਬਹੁਤ ਪ੍ਰੀਵੈਲੈਂਟ ਹੈ ਜੀ। ਇਹਨੂੰ ਐਕਸਪਲੇਨ ਆਪਾਂ ਕਰਦੇ ਹਾਂ, ਪਹਿਲਾਂ ਇੱਕ ਸਲਾਈਡ ਦਿਖਾਉਂਦੇ ਹਾਂ ਜੀ ਕਿ ਇਹਦੀ ਐਨੈਟਮੀ ਕਿੱਦਾਂ ਹੁੰਦੀ ਆ ਸੋ ਉਹਦੇ ਤੋਂ ਥੋੜ੍ਹਾ ਜਿਹਾ ਇਹਨਾਂ ਨੂੰ ਆਈਡੀਆ ਹੋਊਗਾ ਸਾਡੇ ਦਰਸ਼ਕ ਨੂੰ ਵੀ ਉਹ ਜਿਹੜਾ टनल वर्ड है ना जी, टनल बहुत कॉमन सुनिया होया है ना, टनल चो ट्रेन चो टनल चो जा रही हैगी एंड ऑल दैट। सिमिलर जी इत्थे एक टनल बनता हैगा साडी बॉडी दे उत्ते रिस्ट दे लागे वाले एरिया दे विच जिहदे नीचों दी एक नर्व है, मीडियन नर्व कहंदे आ, प्लस टेंडन्स हुंदे आ जी जिहड़े मसल्स नूं कंट्रोल अपने मसल्स दी मूवमेंट्स नूं कंट्रोल करदे हैगे। सो वो सारे एक टनल दे नीचों दी पास आउट हो रहे हुंदे आ। हुण जदों रैपीटेटिव मोशनस हुंदियां ने, मूवमेंट्स हुंदियां ने, उन्हां दे उत्ते प्रैशर आ सकदा, इन्फ्लेमेशन हो सकदी है और जिहड़ा कि वो नर्व ਨੂੰ ਸਕਵੀਜ਼ ਕਰ ਸਕਦਾ, ਪ੍ਰੈਸ ਕਰ ਸਕਦਾ ਜਿਹਦੇ ਕਰਕੇ ਨਮਨੈਸ ਆ ਸਕਦੀ ਆ ਹੈਂਡ ਦੇ ਵਿੱਚ, ਫਿੰਗਰਸ ਟਿਪਸ ਦੇ ਵਿੱਚ, ਰਿਸਟ ਦੀ ਮੂਵਮੈਂਟ ਜਿਹੜੀ ਉਹ ਘਟ ਸਕਦੀ ਆ, ਗ੍ਰਿਪਿੰਗ ਦੇ ਵਿੱਚ ਪ੍ਰੋਬਲਮ ਆ ਜਾਂਦੀ ਆ। ਕਈ ਵਾਰੀ ਤਾਂ ਇੱਥੋਂ ਤੱਕ ਹੁੰਦਾ ਜੀ ਕਿ ਘਰੇ ਤੁਸੀਂ ਪਲੇਟ ਕੋਈ ਹੈਵੀ ਚੱਕ ਰਹੇ ਹੋ ਤਾਂ ਵੀ ਤੁਹਾਨੂੰ ਐਜ਼ ਕੰਪੇਅਰ ਟੂ ਦੀ ਨਾਰਮਲ ਹੈਂਡ ਉਹ ਫੀਲ ਹੁੰਦਾ ਕਿ ਇਹਦੀ ਮੇਰੀ ਗ੍ਰਿਪ ਘਟੀ ਹੋਈ ਆ। ਸੋ ਇਹ ਜਿਹੜੇ ਫੈਕਟਰਸ ਨੇ ਇਹ
ਕਿਸ ਤਰ੍ਹਾਂ ਇਹ ਇਨਫਲੇਮੇਸ਼ਨ ਹੁੰਦੀ ਆ, ਟੈਂਡਨ 'ਚ ਸੋਜ ਕਿਉਂ ਹੁੰਦੀ ਆ, ਜਾਂ ਨਰਵ ਦੇ ਉੱਤੇ ਪ੍ਰੈਸ਼ਰ ਕਿਉਂ ਆਉਂਦਾ, ਉਹ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰਾਂਗੇ ਜੀ। ਔਰ ਇਹਦੇ ਵਿੱਚ ਅਸੀਂ ਇਹਦੇ ਵਿੱਚ ਇੱਕ ਵੀਡੀਓ ਪ੍ਰੈਜੈਂਟੇਸ਼ਨ ਜਿਹੜੀ ਆਪਾਂ ਤਿਆਰ ਕੀਤੀ ਹੋਈ ਆ, ਆਪਾਂ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਉਹ ਵੀ ਦਿਖਾਉਂਦੇ ਆ, ਜਿਹਦੇ ਵਿੱਚ ਅਸੀਂ ਟਰਾਈ ਕਰਾਂਗੇ ਐਕਸਪਲੇਨ ਕਰਨ ਦੀ ਕਿ ਇਹ ਕਿੱਦਾਂ ਪ੍ਰੋਬਲਮ ਹੁੰਦੀ ਹੈ। ਜਿੱਦਾਂ ਜੀ ਇਹ ਸਭ, ਜਿੱਦਾਂ ਮਾਊਸ ਫੜਿਆ ਹੋਇਆ, ਜਿੱਦਾਂ IT ਵਰਕਰਸ ਨੇ, ਕੰਪਿਊਟਰ 'ਤੇ ਜ਼ਿਆਦਾ ਕੰਮ ਕਰਦੇ ਨੇ, ਉਹਨਾਂ ਦੇ ਵਿੱਚ ਬਹੁਤ ਕਾਮਨ ਹੈ ਜੀ। ਉਹਦੇ ਵਿੱਚ ਤੁਹਾਡੀ ਫੋਰਆਰਮ ਤੋਂ ਦਰਦ ਸ਼ੁਰੂ ਹੁੰਦੀ ਹੈ, ਔਰ ਇੱਕ ਸਾਡੀ ਨਰਵ ਹੈ ਜਿਹੜੀ ਆ ਯੈਲੋ ਤੁਸੀਂ ਦੇਖ ਰਹੇ ਹੋ, ਇਹ ਉਹ ਫਲੈਕਸਰ ਰੈਟੀਨੈਕੂਲਮ ਜਿਹੜਾ ਇੱਕ ਫੇਸ਼ੀਆ ਕਾਰਟਿਲੇਜ ਹੁੰਦਾ, ਉਹਦੇ ਨੀਚੇ ਦੀਆਂ ਨਿਕਲ ਰਹੀਆਂ ਹੈਗੀਆਂ ਜੀ। ਯੈਲੋ ਨਰਵਸ ਨੇ, ਔਰ ਵਾਈਟ ਜਿਹੜਾ ਹੈਗਾ ਇਹ ਟੈਂਡਨ ਹੈਗਾ। ਮੀਡੀਅਨ ਨਰਵ ਹੈ ਜੀ ਜਿਹੜੀ ਸਾਡੇ ਅੰਗੂਠੇ ਨੂੰ, ਉਹਦੇ ਨਾਲ ਦੀ ਉਂਗਲੀ, ਮਿਡਲ ਫਿੰਗਰ ਤੇ ਰਿੰਗ ਫਿੰਗਰ ਦੇ ਅੱਧੇ ਹਿੱਸੇ ਨੂੰ ਸਪਲਾਈ ਕਰਦੀ ਹੈ। ਇਸ ਤਰ੍ਹਾਂ ਦੇ ਨਾਲ ਸੈਂਸੇਸ਼ਨਸ ਜਿਹੜੀਆਂ ਨੇ ਇਹ ਚੱਲਦੀਆਂ ਹੈਗੀਆਂ ਨੇ, ਇਹ ਨਾਰਮਲ ਸਪਲਾਈ ਵਜੋਂ ਚੱਲ ਰਹੀਆਂ ਹੁੰਦੀਆਂ ਨੇ। ਔਰ ਇਹ ਜਦੋਂ ਤੁਸੀਂ ਜ਼ਿਆਦਾ ਐਗਜ਼ਰਟ ਕਰਦੇ ਹੈਗੇ ਆ, ਜ਼ਿਆਦਾ ਰੈਪੀਟੇਟਿਵ ਮੂਵਮੈਂਟਸ ਹੁੰਦੀਆਂ, ਤਾਂ ਫਿਰ ਇਹਦੇ ਵਿੱਚ ਇਨਫਲੇਮੇਸ਼ਨ ਸ਼ੁਰੂ ਹੁੰਦੀ ਹੈ ਜੀ। ਇਨਫਲੇਮੇਸ਼ਨ ਦੇ ਨਾਲ ਯੂ ਐਕਸਪੀਰੀਅੰਸ ਪੇਨ, ਜਿੱਦਾਂ ਇਹਦੇ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ, ਆਹ ਮੂਵਮੈਂਟ ਦੇ ਨਾਲ ਦਰਦ ਹੋ ਜਾਣੀ ਆ, ਥੋੜੀ ਬੈਂਡਿੰਗ ਦੇ ਨਾਲ ਪੇਨ ਹੋ ਜਾਣੀ ਆ, ਔਰ ਇਹ ਜਿਹੜਾ ਇੱਕ ਰੈਟੀਨੈਕੂਲਮ ਆ ਉਹਦੇ ਵਿੱਚ ਸਵੈਲਿੰਗ ਹੁੰਦੀ ਆ ਤੇ ਉਹ ਉਹਨਾਂ ਨੂੰ ਕੰਪਰੈਸ ਕਰਦਾ ਹੈ ਜੀ। ਸੋ ਬੇਸਿਕਲੀ ਦਿਸ ਇਜ਼ ਦਾ ਹੋਲ ਜਿਹੜੀ ਚੀਜ਼ ਹੈਗੀ ਆ ਵੀ ਇਹ ਕਿੱਦਾਂ ਹੁੰਦਾ ਔਰ ਇਹਦੇ ਕੀ ਇਫੈਕਟਸ ਹੁੰਦੇ ਨੇ। ਆਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ, ਜਿਹੜਾ ਉਹ ਤੁਸੀਂ ਦੇਖ ਰਹੇ ਹੈਗੇ ਹੋ ਟਨਲ ਬਣ ਰਿਹਾ ਹੈਗਾ, ਦੈਟ ਇਜ਼ ਕਾਲਡ ਅ ਕਾਰਪਲ ਟਨਲ ਜੀ। ਕਿਉਂਕਿ ਜਿਹੜੀਆਂ ਸਾਡੀਆਂ ਗੁੱਟ ਦੀਆਂ, ਰਿਸਟ ਦੀਆਂ ਹੱਡੀਆਂ, ਉਹਨਾਂ ਨੂੰ ਅਸੀਂ ਕਾਰਪਲ ਬੋਨਸ ਕਹਿੰਦੇ ਆ, ਔਰ ਉਹਦੇ ਉੱਪਰ ਇੱਕ ਜਿੱਦਾਂ ਉੱਥੇ ਦਿਖਾਇਆ ਗਿਆ ਸੀਗਾ ਇੱਕ ਰੈਟੀਨੈਕੂਲਮ, ਇੱਕ ਕਾਰਟਿਲੇਜ ਟਾਈਪ ਹੁੰਦਾ, ਉਹ ਚਿਪਕਦਾ, ਜੁੜਦਾ, ਔਰ ਉਹਦੇ ਨੀਚੋਂ ਦੀ ਜਿਹੜੀ ਹੈਗੀ ਆ ਟੈਂਡਨਸ ਤੇ ਨਰਵਸ ਨਿਕਲਦੀਆਂ। ਹੁਣ ਰੈਪੀਟੇਟਿਵ ਮੂਵਮੈਂਟਸ ਜਿੱਦਾਂ ਤੁਸੀਂ ਗੱਲ ਕੀਤੀ ਆ, ਅਸੈਂਬਲੀ ਲਾਈਨ ਵਰਕਰਸ ਹੋ ਗਏ, ਬਾਰ-ਬਾਰ ਪਿਕ ਐਂਡ ਉਹਦੀ ਜੌਬਸ ਨੇ, ਟਿਕਰਸ ਹੁੰਦੇ ਆ, ਹਾਂਜੀ ਹਾਂਜੀ, ਟਿਕਟਰਸ ਹੈਗੇ ਨੇ, ਜਿੱਦਾਂ ਗਨਸ ਯੂਜ਼ ਕਰ ਰਹੇ ਆ ਰੈਪੀਟੇਟਿਵਲੀ। ਔਰ ਇਹ ਕਮਲ ਜੀ ਇਦਾਂ ਨਹੀਂ ਹੈਗਾ ਵੀ ਇਹਨੂੰ ਅਸੀਂ ਹੁਣ ਤੋਂ ਹੀ ਸ਼ੁਰੂ ਕੀਤਾ ਤੇ ਨਹੀਂ ਹੋ ਜਾਣਾ, ਇਟਸ ਓਵਰ ਅ ਪੀਰੀਅਡ ਆਫ ਟਾਈਮ। ਤੁਸੀਂ ਬਾਰ-ਬਾਰ ਉਹ ਚੀਜ਼ਾਂ ਕਰੀ ਜਾ ਰਹੇ ਹੋ, ਪਰ ਸਟ੍ਰੈਚਿਸ ਨਹੀਂ ਕਰਦੇ ਹੋ, ਐਕਸਰਸਾਈਜ਼ਸ ਨਹੀਂ ਕਰਦੇ ਹੋ, ਤਾਂ ਫਿਰ ਉਹ ਜਿਹੜੀਆਂ ਪ੍ਰੋਬਲਮਸ ਨੇ ਉਹ ਫਲੇਅਰ ਅਪ ਹੋ ਜਾਂਦੀਆਂ ਜੀ। ਸੋ ਆਹ ਜ਼ਿਆਦਾ ਮੇਨ। ਸੋ ਇਜ਼ ਇਟ ਕਿ ਰਿਸਟ ਤੇ ਹੁੰਦੀ ਹੈ ਕਿ ਥੰਬ 'ਚ ਹੁੰਦੀ ਹੈ, ਹੱਥ 'ਚ? ਕਿਉਂਕਿ ਜਨਰਲੀ ਅਸੀਂ ਦੇਖਦੇ ਹਾਂ ਪੇਸ਼ੈਂਟ ਸਾਨੂੰ ਕਹਿੰਦੇ ਸਾਡਾ ਹੱਥ ਨੰਬ ਹੋ ਗਿਆ, ਮੇਰੇ ਕੋ ਕੰਮ ਨਹੀਂ ਹੋ ਰਿਹਾ, ਰਾਈਟ? ਸੋ ਉਹ ਕਾਦੇ ਨਾਲ ਹੁਣ, ਥੰਬ 'ਚ ਹੁੰਦੀ ਹੈ ਕਿ ਨੀਚੇ ਰਿਸਟ ਵਿੱਚ ਹੁੰਦੀ ਹੈ, ਕਿੱਥੇ ਹੁੰਦੀ ਹੈ? ਇਹ ਐਕਚੁਅਲੀ ਜੀ ਬਹੁਤ ਵਧੀਆ ਤੁਹਾਡਾ ਪੁਆਇੰਟ ਹੈ। ਬਹੁਤੀ ਵਾਰੀ ਸਾਨੂੰ ਇਹੀ ਕਲੀਅਰ ਨਹੀਂ ਹੁੰਦਾ ਵੀ ਕਾਰਪਲ ਟਨਲ ਹੈ ਕਿੱਥੇ। ਹਾਂਜੀ, ਜ਼ਿਆਦਾਤਰ ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਜਿਹੜਾ ਮੇਰੇ ਗੁੱਟ ਬਣ ਰਿਹਾ, ਰਿਸਟ ਬਣ ਰਿਹਾ, ਜਿੱਥੇ ਕਹਿ ਲਓ ਕਿ ਆਪਾਂ ਰਿਸਟ ਵਾਚ ਲਾਉਂਦੇ ਆ ਜਾਂ ਜਿੱਦਾਂ ਵੀ ਸ਼ਾਇਦ ਉੱਥੇ ਕਾਰਪਲ ਟਨਲ ਬਣਦਾ। ਮੈਂ ਇੱਥੇ ਇੱਕ ਸਲਾਈਡ ਸ਼ੋ ਕਰਾਂਗਾ ਇੱਥੇ ਆਪਣੇ ਵਿਊਵਰਸ ਨੂੰ, ਉਹਦੇ ਵਿੱਚ ਕਲੀਅਰ ਹੋਊਗਾ ਜੀ। ਜਿਹੜਾ ਰੈਡ ਸਰਕਲ ਤੁਸੀਂ ਦੇਖ ਰਹੇ ਹੋ, ਕਾਰਪਲ ਟਨਲ ਉੱਥੇ ਬਣਦਾ ਹੈ ਜੀ, ਦੈਟ ਇਜ਼ ਵੇਅਰ ਕਾਰਪਲ ਟਨਲ ਇਜ਼। ਨਾ ਕਿ ਜਿੱਥੇ ਤੁਸੀਂ ਉਹ ਫੋਲਡ ਦੇਖ ਰਹੇ ਹੋ, ਆਪਣੇ ਰਿੰਗ ਸਕਿਨ ਫੋਲਡਸ ਦੇਖ ਰਹੇ ਹੋ, ਉੱਥੇ ਨਹੀਂ ਕਾਰਪਲ ਟਨਲ ਹੁੰਦਾ ਜੀ। ਕਾਰਪਲ ਟਨਲ ਬਿਲਕੁਲ ਜਿੱਥੇ ਤੁਹਾਡੇ ਹੱਥ ਦੀ ਸ਼ੁਰੂਆਤ ਹੋ ਰਹੀ ਆ ਉੱਥੇ ਬਣਦਾ ਹੈਗਾ ਜੀ। ਔਰ ਇਹਦੇ ਨੀਚੋਂ ਦੀ ਉਹ ਜਿਹੜੇ ਟੈਂਡਨਸ ਨੇ, ਜਿਹੜੇ ਮਸਲਸ ਆਪਣੇ ਸਪਲਾਈ ਕਰ ਰਹੇ ਹੈਗੇ ਨੇ, ਪਲੱਸ ਜਿਹੜੀਆਂ ਨਰਵ ਜਾਂ ਆਪਾਂ ਗੱਲ ਕੀਤੀ ਆ ਮੀਡੀਅਨ ਨਰਵ, ਉਹ ਉਹਦੇ ਨੀਚੋਂ ਦੀ ਜਾ ਰਹੀ ਹੈਗੀ, ਉਹਦੀ ਪ੍ਰੋਟੈਕਸ਼ਨ ਵਾਸਤੇ ਉਹ ਇੱਕ ਰੈਟੀਨੈਕੂਲਮ ਹੁੰਦਾ। ਉਹ ਰਾਈਟ ਔਨ ਦੈਟ ਸਪੌਟ ਦੇ ਉੱਤੇ ਜਦੋਂ ਉਹਦੀ ਸੋਜ ਬਣਦੀ ਹੈ, ਜਿੱਦਾਂ ਅਸੀਂ ਵੀਡੀਓ ਦੇ ਵਿੱਚ ਸ਼ੋਅ ਕੀਤਾ, ਉਹਦੀ ਇੱਕ ਵਜ੍ਹਾ ਕਰਕੇ ਹੱਥ ਦੇ ਵਿੱਚ ਨਮਨੈਸ ਆਉਂਦੀ ਹੈ ਜੀ, ਵੀਕਨੈਸ ਆਉਂਦੀ ਹੈਗੀ ਆ, ਗ੍ਰਿਪ ਦੀ ਪਾਵਰ ਘਟਦੀ ਹੈਗੀ ਆ, ਔਰ ਕੌਨਸਟੈਂਟ ਪੇਨਸ ਸ਼ੁਰੂ ਹੋ ਜਾਂਦੀਆਂ ਹੈਗੀਆਂ। ਸੋ ਇਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ, ਇਹ ਇੱਕ ਅਨੈਟਮੀ ਕਹਿ ਲਓ, ਤੁਸੀਂ ਰੂਟ ਕਾਜ਼ ਕਹਿ ਲਓ ਕਿ ਕਾਰਪਲ ਟਨਲ ਹੁੰਦਾ ਕਿੱਦਾਂ ਹੈਗਾ, ਔਰ ਉਹ ਕਿੱਥੇ ਬਾਡੀ ਦੇ ਵਿੱਚ ਹੈਗਾ, ਔਰ ਕਿਹੜੇ ਸਟਰਕਚਰਸ ਕਾਰਪਲ ਟਨਲ ਬਣਾ ਰਹੇ ਨੇ, ਉਹ ਇਹ ਸਾਰੇ ਫੈਕਟਰਸ ਕਾਊਂਟ ਕਰਦੇ ਹੈਗੇ। ਠੀਕ ਹੈ, ਸੋ ਇਹ ਤਾਂ ਹੋ ਗਿਆ ਸਾਡੇ ਜਿਹੜੇ ਵਰਕਰਸ ਨੇ ਕਿ ਉਹਨਾਂ ਨੂੰ ਕਿਉਂ ਹੁੰਦਾ ਹੈ ਕਿ ਰੈਪੀਟੇਟਿਵ ਮੂਵਮੈਂਟਸ ਹੋ ਗਈਆਂ, ਪਰ ਕੁਝ ਸੈਕੰਡਰੀ ਕਾਜ਼ਸ ਵੀ ਹੁੰਦੇ ਆ ਕਿ ਇਹ ਤੁਹਾਡੀ ਮੈਡੀਕਲੀ ਤੁਹਾਡੀ ਬਾਡੀ ਦੇ ਵਿੱਚ ਕੁਝ ਮਤਲਬ ਉਹਦੇ ਨਾਲ ਕੰਡੀਸ਼ਨ ਇਮਰਜ ਹੋ ਸਕਦੀ ਹੈ ਜੀ। ਉਹਦੇ 'ਚ ਜਿੱਦਾਂ ਅਸੀਂ ਪਹਿਲੀਆਂ ਗੱਲਾਂ ਕਰਕੇ ਹਟਿਆ ਜੀ, ਉਹ ਪ੍ਰਾਇਮਰੀ ਕਾਜ਼ਸ 'ਚ ਆ ਜਾਂਦਾ ਕਿ ਰੈਪੀਟੇਟਿਵ ਸਟ੍ਰੇਨ ਇੰਜਰੀਜ਼ ਨੇ, ਸਾਰਾ ਦਿਨ ਕੰਪਿਊਟਰ ਯੂਜ਼ ਕਰ ਰਹੇ ਨੇ, IT ਪ੍ਰੋਫੈਸ਼ਨਲ ਮਾਊਸ ਦੇ ਉੱਤੇ ਇੱਕ ਹੱਥ ਰਹਿੰਦਾ ਹੈਗਾ, ਕਈਆਂ ਦੀ ਜੌਬ ਹੀ ਇੰਨੀ ਕੁ ਜ਼ਿਆਦਾ ਡਿਮਾਂਡਿੰਗ ਹੈ ਕਿ ਦੇ ਜਸਟ ਕਾਂਟ ਵੇਟ, ਹੈ ਨਾ, ਵੀ ਉਹ ਹਟਾ ਹੀ ਨਹੀਂ ਸਕਦੇ, ਸੋ ਕੰਟੀਨਿਊਸਲੀ ਮਾਊਸ ਨੂੰ ਯੂਜ਼ ਕਰ ਰਹੇ ਨੇ। ਇਹ ਤਾਂ ਪ੍ਰਾਇਮਰੀ ਰੀਜ਼ਨਸ 'ਚ ਆ ਜਾਂਦਾ ਹੈਗਾ। ਦੈਨ ਦੇਰ ਆਰ ਸਮ ਸੈਕੰਡਰੀ ਰੀਜ਼ਨਸ ਜੀ। ਸੈਕੰਡਰੀ ਰੀਜ਼ਨਸ ਤੋਂ ਭਾਵ ਇਹ ਹੁੰਦਾ ਕਿ ਕੋਈ ਹੋਰ ਪ੍ਰਾਇਮਰੀ ਕੰਡੀਸ਼ਨ ਹੈ ਜਿਹਦੀ ਵਜ੍ਹਾ ਕਰਕੇ ਇਹ ਵੀ ਹੋ ਸਕਦੀ ਹੈ। ਉਹਦੇ ਵਿੱਚੋਂ ਟੈਂਪਰੇਰੀਲੀ ਜਿੰਨਾ ਚ ਆਉਂਦਾ ਜੀ, ਜਿੱਦਾਂ ਪ੍ਰੈਗਨੈਂਟ ਲੇਡੀਜ਼ ਨੇ, ਉਹਦੇ ਵਿੱਚ ਕਿਉਂਕਿ ਹਾਰਮੋਨਲ ਚੇਂਜਸ ਹੋ ਰਹੇ ਹੁੰਦੇ ਨੇ, ਔਰ ਸੋਜਿਸ਼ ਸਵੈਲਿੰਗਸ ਆ ਜਾਂਦੀਆਂ, ਕਈ ਵਾਰੀ ਇਨਫਲੇਮੇਸ਼ਨਸ ਹੋ ਜਾਂਦੀਆਂ, ਜਿਹਦੇ ਕਰਕੇ ਪ੍ਰੈਸ਼ਰ ਆਉਂਦਾ ਹੈਗਾ ਜੀ। ਫੋਰਆਰਮ ਸੋਜਦੀ ਆ, ਇੱਥੇ ਗੁੱਟ ਤੇ ਸੋਜ ਆਉਂਦੀ ਆ, ਉਹਦੇ ਕਰਕੇ ਪ੍ਰੈਸ਼ਰ ਜਿਹੜਾ ਨਰਵ ਤੇ ਵੱਧ ਸਕਦਾ, ਟੈਂਡਨ ਤੇ ਵੱਧ ਸਕਦਾ।
ਇੱਕ ਹਾਈਪੋਥਾਇਰੋਇਡਿਜ਼ਮ ਕਿਸਮ ਕੰਡੀਸ਼ਨ ਹੁੰਦੀ ਹੈ ਜੀ, ਜਿਹਦੇ ਵਿੱਚ ਮੋਟਾਪਾ ਵੱਧਦਾ ਤੁਹਾਡਾ, ਉਹਦੇ ਵਿੱਚ ਵੀ ਓਬੈਸਿਟੀ ਦੀ ਵਜ੍ਹਾ ਕਰਕੇ, ਸਵੈਲਿੰਗਸ ਦੇ ਕਰਕੇ ਇਹ ਪ੍ਰੋਬਲਮ ਹੋ ਸਕਦੀ ਹੈ। ਆਰਥਰਾਈਟਿਸ ਦੇ ਵਿੱਚ ਹੋ ਸਕਦਾ ਜੀ, ਹੈ ਨਾ, ਰੂਮੇਟੋਇਡ ਹੋ ਗਿਆ, ਆਸਟੀਓ ਹੋ ਗਿਆ, ਤੁਹਾਡੇ ਗੁੱਟ ਦੀਆਂ ਜਿਹੜੀਆਂ ਹੱਡੀਆਂ ਨੇ ਉਹਨਾਂ ਦੇ ਵਿੱਚ ਆਰਥਰਾਈਟਿਸ ਹੈਗਾ, ਜਿਹਦੇ ਕਰਕੇ ਉੱਥੇ ਸਵੈਲਿੰਗ ਹੈਗੀ ਹੈ, ਇਨਫਲੇਮੇਸ਼ਨ ਹੈਗੀ ਹੈ, ਤਾਂ ਉਹ ਵੀ ਇਸ ਚੀਜ਼ ਨੂੰ ਲੀਡ ਕਰ ਸਕਦਾ ਹੈ। ਸੋ ਇਹ ਚੀਜ਼ਾਂ ਹੁੰਦੀਆਂ। ਡਾਇਬਟੀਜ਼ ਇੱਕ ਰੀਜ਼ਨ ਹੈਗਾ, ਉਹਦੇ ਵਿੱਚ ਵੀ ਇਹ ਹੋ ਸਕਦਾ। ਠੀਕ ਹੈ, ਉਹਦੇ ਵਿੱਚ ਨਿਊਰੋਪੈਥੀਜ਼ ਨੇ, ਡਿਫਰੈਂਟ ਹੋ ਜਾਂਦਾ, ਪਰ ਸਮਟਾਈਮਸ ਉਹ ਕਾਰਪਲ ਟਨਲ ਵੱਲ ਨੂੰ ਵੀ ਜਾ ਸਕਦੀ ਹੈਗੀ ਇਹ ਚੀਜ਼। ਸੋ ਮੈਂ ਹਮੇਸ਼ਾ ਦੱਸਦਾ ਵੀ ਇਹ ਜਿਹੜੀਆਂ ਫੈਕਟਰਸ ਨੇ ਇਹਨਾਂ ਨੂੰ ਤੁਸੀਂ ਨਾਲ ਦੇ ਨਾਲ ਰੂਲ ਆਊਟ ਜ਼ਰੂਰ ਕਰੋ ਵੀ ਇਹਨਾਂ ਕੰਡੀਸ਼ਨਸ ਦੇ ਵਿੱਚੋਂ ਤੁਸੀਂ ਸਫਰ ਤਾਂ ਨਹੀਂ ਕਰ ਰਹੇ, ਇਹ ਵੀ ਇਹਨਾਂ ਇਸ ਵੱਲ ਨੂੰ ਲੀਡ ਕਰ ਸਕਦੀ ਹੈ। ਬਿਲਕੁਲ ਠੀਕ ਹੈ ਕਿ ਅਸੀਂ ਹੁਣ ਆਪਾਂ ਆਉਂਦੇ ਹਾਂ ਕਿ ਅਸੀਂ ਫਿਜ਼ੀਓਥੈਰੇਪੀ ਨਾਲ ਕਿੱਦਾਂ ਆਪਣੇ ਵਿਊਅਰਸ ਨੂੰ ਦੱਸੀਏ ਕਿ ਫਿਜ਼ੀਓਥੈਰੇਪੀ ਕਿਵੇਂ ਹੈਲਪ ਕਰਦੀ ਹੈ ਇਹਦੇ ਵਿੱਚ, ਕਾਰਪਲ ਟਨਲ ਦੇ ਵਿੱਚ, ਸੋ ਸਾਡੇ ਵਿਊਅਰਸ ਥੋੜ੍ਹੇ ਐਜੂਕੇਟ ਹੋ ਸਕਣ ਕਿ ਅਸੀਂ ਉਹਨਾਂ ਨੂੰ ਲਾਈਕ ਬਿਫੋਰ ਦਾ ਕੰਡੀਸ਼ਨ ਕਮਸ ਈਵਨ ਅਸੀਂ ਉਹਨਾਂ ਨੂੰ ਹੈਲਪ ਕਰੀਏ ਕਿ ਉਹਦੇ 'ਚ ਕਮਲ ਜੀ ਹਮੇਸ਼ਾ ਅਸੀਂ ਦੱਸਦੇ ਹਾਂ ਕਿ ਜੇ ਤਾਂ ਤੁਹਾਡੀ ਜੌਬ ਇੱਦਾਂ ਦੀ ਹੈਗੀ ਹੈ, ਆਲਰੇਡੀ ਯੂ ਨੋ ਯੂ ਆਰ ਵਰਕਿੰਗ ਇਨ ਦਿਸ ਪੈਰਾਮੀਟਰਸ ਕਿ ਜਿੱਦਾਂ ਦਾ ਅਸੀਂ ਗੱਲ ਕੀਤੀ ਆ, ਤਾਂ ਤੁਹਾਨੂੰ ਰੈਗੂਲਰ ਸਟ੍ਰੈਚਿਸ ਕਰਨੇ ਚਾਹੀਦੇ ਆ। ਈਵਨ ਕਮਲ ਜੀ ਕਿ ਕਈ ਕੰਪਨੀਜ਼ ਦੇ ਵਿੱਚ ਤਾਂ ਬਿਫੋਰ ਦੇ ਸਟਾਰਟ देयर ਸ਼ਿਫਟ ਦੇ ਆਸਕ them to do the stretches, ਹੈ ਨਾ, ਉਹ ਸ਼ੋਲਡਰ ਦੇ, ਹੱਥਾਂ ਦੇ, ਬੈਕ ਦੇ ਸਾਰੇ ਸਟ੍ਰੈਚਿਸ ਕਰਾਉਂਦੇ, ਪਰ ਉਹ ਫਿਰ ਗੱਲ ਉੱਥੇ ਹੀ ਨਹੀਂ ਖਤਮ ਹੋ ਜਾਂਦੀ ਜੀ। ਤੁਹਾਡਾ ਵੀ ਆਪਣੇ ਵੱਲ ਨੂੰ ਧਿਆਨ ਬਣਨਾ ਬਣਦਾ ਹੈਗਾ ਨਾ ਜੀ, ਕਿਉਂਕਿ ਜੇ ਤੁਸੀਂ ਘਰੇ ਆਉਂਦੇ ਹੋ ਤੁਹਾਨੂੰ ਸਟ੍ਰੈਚਿਸ ਕਰਨੇ ਚਾਹੀਦੇ ਆ, ਆਪਣੀਆਂ ਪੋਜੀਸ਼ਨਸ ਦਾ ਧਿਆਨ ਰੱਖਣਾ ਚਾਹੀਦਾ ਹੈਗਾ। ਸੋ ਦੇਰ ਆਰ ਸੋ ਮੈਨੀ ਥਿੰਗਸ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਕਰਕੇ ਇਹ ਅਵੋਇਡ ਕਰ ਸਕਦੇ ਹੋ ਵੀ ਇਹਨੂੰ ਵਧਣ ਹੀ ਨਹੀਂ ਦੇ ਸਕਦੇ ਆਪਾਂ। ਉਹ ਸਾਰੀਆਂ ਗੱਲਾਂ ਨੂੰ ਆਪਾਂ ਥੋੜਾ ਜਿਹਾ ਬ੍ਰੇਕ ਦਾ ਟਾਈਮ ਹੁੰਦਾ ਜਾ ਰਿਹਾ, ਆਪਾਂ ਉਹ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ ਜੀ। ਉਹਦੇ ਵਿੱਚ ਅਸੀਂ ਤੁਹਾਨੂੰ ਇਹਦੇ ਸਿੰਪਟਮਸ ਕੀ ਹੋ ਸਕਦੇ ਨੇ, ਉਹਦੀ ਟ੍ਰੀਟਮੈਂਟ ਕਿੱਦਾਂ ਕਰ ਸਕਦੇ ਹਾਂ, ਆਪਸ਼ਨਸ ਕੀ ਹੈਗੀਆਂ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਸਟੇ ਟਿਊਨਡ ਵਿਦ ਅਸ ਜੀ। ਥੈਂਕ ਯੂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਹੈਲਥ ਐਂਡ ਵੈਲਨੈਸ ਦੇ ਵਿੱਚ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਾਰਪਲ ਟਨਲ ਸਿੰਡਰੋਮ ਦੇ ਉੱਤੇ। ਹਾਂਜੀ, ਅਸੀਂ ਆਪਣੇ ਵਿਊਅਰਸ ਨੂੰ ਵੀਡੀਓ ਦਿਖਾਈ ਸੀਗੀ ਕਿ ਕਾਰਪਲ ਟਨਲ ਕਿੱਦਾਂ ਹੁੰਦਾ ਹੈ ਔਰ ਕੀ ਹੁੰਦਾ ਹੈ, ਐਕਚੁਅਲ ਰੂਟ ਕਾਜ਼ ਕੀ ਹੈ, ਔਰ ਸੈਲਫ ਡਾਇਗਨੋਸਿਸ ਦਾ ਆਈ ਥਿੰਕ ਅਸੀਂ ਕਾਫੀ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੀ ਹੈ ਕਿ ਜੇ ਤੁਹਾਡਾ ਹੱਥ ਵੀਕਨੈਸ ਫੀਲ ਕਰ ਰਿਹਾ, ਨਮਨੈਸ ਹੈ, ਤਾਂ ਯੂ ਕੈਨ ਪ੍ਰੋਸੀਡ ਟੂ ਯੋਰ ਡਾਕਟਰ ਐਂਡ ਚੈੱਕ ਕੀ ਹੈਗਾ। ਸੋ ਡਾਕਟਰ ਕਿਸ ਤਰ੍ਹਾਂ ਡਾਇਗਨੋਸਿਸ ਕਰਦੇ ਨੇ ਮਨਜਿੰਦਰ ਜੀ, ਕਿ ਇਹ ਕਿਸ ਤਰ੍ਹਾਂ ਪਤਾ ਲੱਗ ਸਕਦਾ ਸਾਨੂੰ? ਬਹੁਤ ਹੀ ਵਾਰੀ ਕਮਲ ਜੀ ਇਹ ਚੀਜ਼ ਨਾ ਥੋੜਾ ਜਿਹਾ ਇਸ ਤਰ੍ਹਾਂ ਹੋ ਜਾਂਦਾ ਹੈਗਾ ਕਿ ਪੇਸ਼ੈਂਟ ਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਪ੍ਰੋਬਲਮ ਚੱਲ ਕੀ ਰਹੀ ਹੈ। ਦੇ ਸਟਾਰਟ ਕੰਪਲੇਨਿੰਗ ਕਿ ਮੇਰਾ ਰਿਸਟ ਪੇਨ ਸ਼ੁਰੂ ਹੋ ਗਈ ਹੈ, ਮੇਰੇ ਹੱਥ 'ਚ ਪਾਵਰ ਘਟ ਰਹੀ ਹੈ, ਕਈ ਵਾਰੀ ਫੋਰ ਆਰਮ ਦੇ ਵਿੱਚ ਵੀ ਪੇਨ ਥੋੜੀ ਫੀਲ ਕਰ ਰਹੇ ਹੁੰਦੇ ਨੇ। ਸੋ ਜਦੋਂ ਡਾਕਟਰ ਕੋਲ ਜਾਂਦੇ ਨੇ, ਡਾਕਟਰ ਬਹੁਤੀ ਵਾਰੀ ਉਹਨਾਂ ਨੂੰ ਇਹੀ ਦੱਸਦੇ ਆ ਕਿ ਸ਼ਾਇਦ ਤੁਹਾਡਾ ਪੋਸਚਰ ਕੋਈ ਗਲਤ ਹੋ ਗਿਆ ਹੋਣਾ, ਤੁਸੀਂ ਕੋਈ ਚੀਜ਼ ਹੈਵੀ ਲਿਫਟ ਕਰ ਲਈ ਹੋਣੀ ਆ, ਹੋ ਸਕਦਾ ਤੁਹਾਡੀ ਨੈਕ ਤੋਂ ਨਾ ਪ੍ਰੋਬਲਮ ਆ ਰਹੀ ਹੋਵੇ, ਕਿਉਂਕਿ ਕਈ ਵਾਰੀ ਨੈਕ ਦੇ ਵਿੱਚ ਸਰਵਾਈਕਲ ਕਰਕੇ ਵੀ ਬਾਹਾਂ ਦੇ ਵਿੱਚ ਪੇਨ ਰੇਡੀਏਟ ਕਰਦੀ ਹੈ, ਨਮਨੈਸ ਵੀ ਆਉਂਦੀ ਹੈਗੀ ਹੈ, ਕਈ ਵਾਰੀ ਵੀਕਨੈਸ ਨਾਲ ਵੀ ਹੁੰਦੀ ਹੈ, ਔਰ ਅਸੀਂ ਮਲਟੀਵਿਟਾਮਿਨਸ ਲੈ ਰਹੇ ਹੁੰਦੇ ਹਾਂ। ਹਾਂਜੀ, ਸੋ ਉਹ ਜਿਹੜਾ ਹੈਗਾ ਉਹਦੇ ਵਿੱਚ ਅਸੀਂ ਕਈ ਵਾਰੀ ਇਸ ਚੀਜ਼ ਨੂੰ ਡਾਇਗਨੋਸ ਕਰਨ ਦੇ ਵਿੱਚ ਥੋੜਾ ਲੇਟ ਹੋ ਜਾਂਦੇ ਆ ਜੀ। ਪਰ ਐਨੀ ਹਾਊ ਜਦੋਂ ਤੁਸੀਂ ਡਾਕਟਰ ਕੋਲ ਜਾਂਦੇ ਹੋ, ਸਭ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਐਂਟੀ ਇਨਫਲੇਮੇਟਰੀ ਦੇਣੀ ਹੁੰਦੀ ਹੈ। ਦੇ ਸਟਾਰਟ ਵਿਦ ਦੈਟ ਇਜ਼ ਦਾ ਸਟੈਂਡਰਡ ਪ੍ਰੋਟੋਕਾਲ। ਫਿਰ ਉਹ ਦੇਖਦੇ ਆ ਕਿ ਓਕੇ ਨਹੀਂ ਫਰਕ ਪੈ ਰਿਹਾ, ਕੋਈ ਐਕਸਰੇ ਕਰਵਾ ਲੈਂਦੇ। ਬਟ ਵੈਨ ਯੂ ਇਨਸਿਸਟ ਦੈਮ ਕਿ ਮੇਰਾ ਇੱਥੇ ਹੀ ਪੇਨ ਹੋ ਰਹੀ ਹੈ, ਮੈਂ ਸਵੇਰੇ ਉੱਠਦਾ ਮੇਰੇ ਹੱਥ ਸੁੰਨ ਹੋ ਜਾਂਦੇ ਆ, ਗ੍ਰਿਪ ਦੇ ਵਿੱਚ ਮੈਨੂੰ ਬਹੁਤ ਪ੍ਰੋਬਲਮ ਆ ਰਹੀ ਹੈਗੀ ਆ, ਤਾਂ ਨੈਕਸਟ ਉਸ ਸਟੈਪ ਦੇ ਵਿੱਚ ਕਈ ਵਾਰੀ ਅਲਟਰਾਸਾਊਂਡ ਵੀ ਕਰਵਾ ਕੇ ਦੇਖਦੇ ਆ ਕਿ ਸ਼ਾਇਦ ਉੱਥੇ ਕੋਈ ਮਸਲ ਟੀਅਰ ਨਾ ਹੋਇਆ ਹੋਵੇ, ਕੋਈ ਲਿਗਾਮੈਂਟ ਦੇ ਵਿੱਚ ਕੋਈ ਪ੍ਰੋਬਲਮ ਨਾ ਆਈ ਹੋਵੇ। ਸਮਹਾਉ ਕਈ ਵਾਰੀ ਉਹ ਚੀਜ਼ਾਂ ਸਾਰੀਆਂ ਨਾਰਮਲ ਹੁੰਦੀਆਂ ਜੀ। ਜਦੋਂ ਰਿਸਟ ਤੇ ਆਪਾਂ ਕਰ ਲੈਂਦੇ ਆ, ਸਰਵਾਈਕਲ ਦੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ, ਸਰਵਾਈਕਲ ਦਾ ਐਕਸਰੇ ਕਰਵਾ ਕੇ ਦੇਖ ਲਿਆ, ਉਹ ਵੀ ਨਾਰਮਲ ਆ ਗਿਆ। ਫਿਰ ਉਹ ਕਹਿੰਦੇ ਕਿ ਓਕੇ ਵੀ ਵਿਲ ਰੈਫਰ ਯੂ ਟੂ ਅ ਸਪੈਸ਼ਲਿਸਟ, ਅਸੀਂ ਤੁਹਾਨੂੰ ਕਿਸੇ ਸਪੈਸ਼ਲਿਸਟ ਕੋਲ ਭੇਜਦੇ ਹਾਂ। ਜਦੋਂ ਤੁਸੀਂ ਸਪੈਸ਼ਲਿਸਟ ਕੋਲ ਜਾਂਦੇ ਹੋ, ਬਹੁਤੀ ਵਾਰੀ ਉਹ ਜਿਹੜੇ ਸਪੈਸ਼ਲਿਸਟ ਹੁੰਦੇ ਨੇ ਉਹ ਹੈਂਡ ਸਪੈਸ਼ਲਿਸਟ ਹੁੰਦੇ ਨੇ, ਉਹਨਾਂ ਦੇ ਕੋਲ ਰੈਫਰ ਕੀਤਾ ਜਾਂਦਾ, ਕਿਉਂਕਿ ਰਿਪੀਟਡਲੀ ਯੂ ਆਰ ਕੰਪਲੇਨਿੰਗ ਦ ਸੇਮ ਥਿੰਗ ਕਿ ਬਾਂਹ ਦੇ ਵਿੱਚ ਉਨੀ ਤਕਲੀਫ ਨਹੀਂ ਹੈ ਜਿੰਨੀ ਮੇਰੀ ਹੱਥ ਦੇ ਵਿੱਚ ਹੈ, ਜਾਂ ਪੋਟਿਆਂ 'ਚ ਹੈ, ਜਾਂ ਫਿੰਗਰ ਗ੍ਰਿਪਿੰਗ ਦੇ ਵਿੱਚ ਹੈ। ਉੱਥੇ ਜਦੋਂ ਤੁਸੀਂ ਜਾਂਦੇ ਹੋ ਜੀ, ਤਾਂ ਉਹ ਇੱਕ ਟੈਸਟ ਕਰਦੇ ਹੈਗੇ, ਉਹਨਾਂ ਨੂੰ ਨਰਵ ਕੰਡਕਸ਼ਨ ਸਟੱਡੀਜ਼ ਟੈਸਟ ਜਿਹੜਾ ਹੁੰਦਾ, ਉਹਨੂੰ EMG ਉਹਦੇ ਵਿੱਚ ਹੁੰਦਾ, NCV ਹੁੰਦਾ। ਉਹ ਸਪੈਸ਼ਲਿਸਟ ਹੁੰਦੇ ਨੇ ਜੀ, ਉਹ ਨੀਡਲਸ ਪੋਕ ਕਰਕੇ ਕੰਡਕਸ਼ਨ ਟੈਸਟ ਕਰਦੇ ਹੈਗੇ। ਠੀਕ ਹੈ ਜੀ। ਅੱਛਾ, ਉਹਦੇ ਵਿੱਚ ਉਹ ਕੀ ਟੈਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਕਿ ਜਿਹੜੀ ਨਰਵ, ਜਿਹਦਾ ਆਪਾਂ ਵੀਡੀਓ ਦੇ ਵਿੱਚ ਪਹਿਲਾਂ ਦਿਖਾਇਆ ਸੀ, ਕਿ ਉਹ ਪ੍ਰੋਪਰਲੀ ਸਿਗਨਲਸ ਜਾ ਰਹੇ ਨੇ ਕਿ ਨਹੀਂ ਜਾ ਰਹੇ ਹੈਗੇ, ਕਿ ਪੂਰੇ ਹੱਥ ਦੇ ਵਿੱਚ ਸਿਗਨਲਸ ਪ੍ਰੋਪਰ ਜਾ ਰਹੇ ਆ ਕਿ ਨਹੀਂ ਜਾ ਰਹੇ। ਉਹ ਸਟੱਡੀ ਦੇ ਵਿੱਚ ਉਹਨਾਂ ਨੂੰ ਕਲੀਅਰ ਹੋ ਜਾਂਦਾ ਕਿ ਓਕੇ ਇਹਨਾਂ ਦੀ ਨਰਵ ਦੇ ਉੱਤੇ ਪ੍ਰੈਸ਼ਰ ਹੈਗਾ, ਐਂਡ ਦੈਨ ਦੇ ਰੂਲ ਦੈਟ ਆਊਟ ਐਜ਼ ਅ CTS, ਕਾਰਪਲ ਟਨਲ ਸਿੰਡਰੋਮ ਜੀ। ਹੁਣ ਇਹ ਜਿਹੜਾ ਪ੍ਰੋਟੋਕਾਲ ਹੁੰਦਾ ਜੀ, ਇੱਥੇ ਤੱਕ ਪਹੁੰਚਣ ਦੇ ਵਿੱਚ ਸਮਹਾਉ ਕਈ ਵਾਰੀ ਅਸੀਂ ਲੇਟ ਹੋ ਜਾਂਦੇ ਹਾਂ। ਠੀਕ ਹੈ। ਔਰ
ਜਦੋਂ ਅਸੀਂ ਲੇਟ ਹੋ ਜਾਂਦੇ ਆ ਸਾਨੂੰ ਇਹ ਸਮਝ ਨਹੀਂ ਆ ਰਹੀ ਹੁੰਦੀ ਕਿ ਹੋ ਕੀ ਰਿਹਾ ਹੈਗਾ। ਔਰ ਕਈ ਮੇਰੇ ਨਾਲ ਜਿਹੜੇ ਵਿਊਵਰਸ ਇਸ ਪਰੇਸ਼ਾਨੀ ਤੋਂ ਜੂਝ ਰਹੇ ਨੇ ਜਾਂ ਪਰੇਸ਼ਾਨੀ ਫੇਸ ਕਰ ਚੁੱਕੇ ਨੇ ਉਹ ਸਹਿਮਤ ਹੋਣਗੇ। ਅਸੀਂ ਇੱਕ ਸਲਾਈਡ ਦਿਖਾਵਾਂਗੇ ਇਹਨਾਂ ਨੂੰ ਇਹਦੇ ਵਿੱਚ। ਤੁਹਾਡੇ ਮਸਲਸ ਜਿਹੜੇ ਨੇ ਉਹ ਵੀਕ ਹੋ ਜਾਂਦੇ ਆ ਜੀ ਉਸ ਹੱਥ ਤੇ। ਜਦੋਂ ਤੁਸੀਂ ਉਸ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਜਿਹੜਾ ਅੰਗੂਠੇ ਵਾਲੀ ਸਾਈਡ ਦਾ ਹਿੱਸਾ ਹੁੰਦਾ ਤੁਸੀਂ ਅਗਰ ਉਹ ਦੇਖੋ ਤਾਂ ਉਹ ਸਾਰਾ ਮਸਲ ਡੈਡ ਹੋਇਆ ਹੁੰਦਾ। ਹਾਂਜੀ, ਬਿਲਕੁਲ ਕਲੀਅਰ ਹੈ, ਸਲਾਈਡ ਕਲੀਅਰ ਹੋ ਜਾਂਦਾ, ਵੀਕ ਹੋ ਜਾਂਦਾ ਜੀ ਉਹ, ਹੈ ਨਾ। ਜਦੋਂ ਉਹ ਦੂਸਰੇ ਆਪਦੇ ਨਾਰਮਲ ਹੱਥ ਦੇ ਨਾਲ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਉਹ ਦੇਖਦੇ ਆ ਵੀ ਓਕੇ ਆ ਤਾਂ ਹੱਥ ਦਾ ਮਾਸ ਘਟਦਾ ਜਾ ਰਿਹਾ, ਇੱਥੋਂ ਇਹਦੀ ਮਤਲਬ ਵੀਕ ਹੁੰਦਾ ਜਾ ਰਿਹਾ, ਹੈ ਨਾ, ਹੱਡ ਜਾਂ ਤਾਂ ਨੂੰ ਆਈ ਜਾਂਦਾ ਹੈਗਾ। ਸੋ ਇਹ ਸਾਰੇ ਸਿਗਨਲਸ ਜਿਹੜੇ ਨੇ ਇਹ ਇੰਡੀਕੇਟ ਕਰਦੇ ਆ ਕਿ ਤੁਹਾਡੀ ਨਰਵ ਦੇ ਉੱਤੇ ਪ੍ਰੋਬਲਮ ਹੈਗੀ ਆ, ਜਿਹੜੀ ਮਸਲਸ ਨੂੰ ਸਪਲਾਈ ਜਿਹੜੀ ਆ ਉਹਦੇ ਵਿੱਚ ਗੜਬੜ ਹੋ ਰਹੀ ਹੈ ਔਰ ਜਿਹਦੇ ਕਰਕੇ ਮਸਲ ਵੇਸਟਿੰਗ ਹੋ ਰਹੀ ਹੈਗੀ ਆ। ਸੋ ਇਹ ਇਸ ਤਰੀਕੇ ਦੇ ਨਾਲ ਇਹਨੂੰ ਡਾਇਗਨੋਸ ਕੀਤਾ ਜਾਂਦਾ ਹੈ। ਠੀਕ ਹੈ। ਸੋ ਅਸੀਂ ਫਿਜ਼ੀਓਥੈਰੇਪੀ ਦੇ ਵਿੱਚ ਇਹਦਾ ਟ੍ਰੀਟਮੈਂਟ ਕਰਦੇ ਹਾਂ। ਜਿਵੇਂ ਸਾਡੇ ਕੋਲ ਪੇਸ਼ੈਂਟਸ ਆਏ ਨੇ ਔਰ ਆਈ ਵਿਲ ਬੀ ਹੈਪੀ ਟੂ ਟੈਲ ਦਾ ਵਿਊਅਰਸ ਕਿ ਕਈ ਪੇਸ਼ੈਂਟਸ ਨੂੰ ਤਾਂ ਡਾਕਟਰ ਨੇ ਸਰਜਰੀ ਵੀ ਐਡਵਾਈਸ ਕੀਤੀ ਸੀ ਔਰ ਦੇ ਆਰ ਵੈਰੀ ਹੈਪੀ ਕਿ ਉਹਨਾਂ ਨੂੰ ਸਰਜਰੀ ਨਹੀਂ ਕਰਵਾਉਣੀ ਪਈ, ਕਿਉਂਕਿ ਸਾਡੇ ਪ੍ਰੋਵਾਈਡਰਸ ਜਿਹੜੇ ਨੇ ਉਹਨਾਂ ਨੇ ਪ੍ਰੋਟੋਕੋਲ ਹੀ ਇਸ ਤਰ੍ਹਾਂ ਦਾ ਸੈਟਅਪ ਕੀਤਾ ਸੀ ਕਿ ਅਸੀਂ ਉਹਨਾਂ ਨੂੰ ਵੀਕ ਦੇ ਵਿੱਚ 3 ਵਾਰੀ 4 ਵਾਰੀ ਵੀ ਦੇਖ ਰਹੇ ਸੀਗੇ। ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀ, ਉਹਨਾਂ ਦੀਆਂ ਪ੍ਰੋਪਰ ਐਕਸਰਸਾਈਜ਼ਸ ਚੱਲ ਰਹੀਆਂ ਸੀ। ਸੋ ਦੇ ਆਰ ਫਾਈਨ ਨਾਓ ਵਿਦਆਊਟ ਦ ਸਰਜਰੀ ਇਵਨ, ਐਂਡ ਉਹਨਾਂ ਦੀ ਸਟੇਜ ਕਾਫੀ ਅੱਗੇ ਤੱਕ ਸੀਗੀ ਤੇ ਤਾਂ ਹੀ ਡਾਕਟਰ ਨੇ ਉਹਨਾਂ ਨੂੰ ਸਰਜਰੀ ਕਹੀ ਸੀ, ਬਟ ਦੇ ਆਰ ਜੀ ਓਕੇ ਨਾਓ, ਰਾਈਟ। ਬਿਲਕੁਲ ਜੀ। ਔਰ ਇਹ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਉਹਨਾਂ ਨੂੰ ਸਰੋਤਿਆਂ ਦੇ ਰੂਬਰੂ ਵੀ ਕਰਾਵਾਂਗੇ ਜੀ ਕਿ ਜਿਨ੍ਹਾਂ ਨੂੰ ਡਾਕਟਰਸ ਨੇ ਕੀ ਰਿਕਮੈਂਡ ਕੀਤਾ ਸੀ ਐਂਡ ਹਾਊ ਦੇ ਆਰ ਫੀਲਿੰਗ ਰਾਈਟ ਨਾਓ। ਇਹਦੇ ਵਿੱਚ ਨਾ ਮੈਂ ਕਮਲ ਜੀ ਦੱਸਦਾ ਹੁੰਦਾ ਜੀ ਵੀ ਕਿ ਬੈਸਟ ਜਿਹੜਾ ਤਰੀਕਾ ਹੁੰਦਾ, ਦੇਖੋ ਸਰਜਰੀ ਜਿਹੜੀ ਹੈ ਨਾ ਦੈਟ ਸ਼ੁੱਡ ਬੀ ਦ ਲਾਸਟ ਪ੍ਰੋਟੋਕੋਲ। ਗੋਇੰਗ ਅੰਡਰ ਨਾਈਫ ਇਜ਼ ਆਲਵੇਜ਼ देयर। ਤੁਸੀਂ ਕਦੀ ਵੀ ਜਾ ਸਕਦੇ ਹੋ, ਜਾ ਕੇ ਡਾਕਟਰ ਨੂੰ ਕਹੋਗੇ ਉਹਨਾਂ ਨੇ ਤੁਹਾਡੀ ਸਰਜਨ ਦੇ ਨਾਲ ਕਰ ਦੇਣੀ। ਔਰ ਈਵਨ ਸਰਜਨਸ ਵੀ ਦੱਸ ਦਿੰਦੇ ਨੇ ਕਿ ਓਕੇ ਸਰਜਰੀ ਅਸੀਂ ਕਰ ਦਾਂਗੇ, ਬਟ ਅਗੇਨ ਵੀ ਆਰ ਨਾਟ 100% ਸ਼ੋਰ, ਫਿਜ਼ੀਓਥੈਰੇਪੀ ਤਾਂ ਉਸ ਤੋਂ ਬਾਅਦ ਵੀ ਲੋੜ ਪੈਣੀ ਹੈ। ਐਂਡ ਦੇ ਆਲਵੇਜ਼ ਰਿਕਮੈਂਡ them ਕਿ ਓਕੇ ਤੁਸੀਂ short of surgery try all the conservative managements। ਠੀਕ ਹੈ। ਹੁਣ ਫਿਜ਼ੀਓ ਇੱਕ ਕੰਜ਼ਰਵੇਟਿਵ ਮੈਨੇਜਮੈਂਟ ਚ ਹੁੰਦੀ ਹੈ ਜੀ। ਠੀਕ ਹੈ ਜੀ। ਫਿਜ਼ੀਓਥੈਰੇਪੀ ਦੇ ਵਿੱਚ ਨਾ ਜੀ ਬਹੁਤੀ ਵਾਰੀ ਆਮ ਕਰਕੇ ਆਪਣੀ ਆਮ ਪਾਪੂਲੇਸ਼ਨ ਦੇ ਵਿੱਚ ਇਹੀ ਮਿਥ ਚੱਲ ਰਹੀ ਹੈਗੀ ਆ ਵੀ ਉੱਥੇ ਜਾਣਾ ਉਹਨਾਂ ਨੇ ਉਹ ਪੈਚਸ ਲਾ ਦੇਣੇ ਆ, ਹੀਟ ਕਰ ਦੇਣੀ ਆ ਤੇ ਤੁਹਾਨੂੰ ਘਰ ਭੇਜ ਦੇਣਾ। ਹਰ ਚੀਜ਼ ਇਦਾਂ ਨਹੀਂ ਹੋ ਰਹੀ ਹੈਗੀ ਨਾ ਜੀ। ਜਿੱਦਾਂ ਤੁਸੀਂ ਗੱਲ ਕੀਤੀ ਕਿ ਪ੍ਰੋਵਾਈਡਰਸ ਨੇ ਗੋਲ ਸੈੱਟ ਕਰਨਾ, ਉੱਥੇ ਪ੍ਰੋਪਰ ਟ੍ਰੀਟਮੈਂਟ ਪਲਾਨ ਸੈੱਟ ਹੁੰਦਾ ਹੈਗਾ। ਉਹਦੇ ਵਿੱਚ ਜਿੱਦਾਂ ਅਸੀਂ ਆਪ ਗੱਲ ਕੀਤੀ ਹੈ ਕਿ ਵੀਕਨੈਸਿਸ ਨੇ, ਮਸਲ ਵੀਕਨੈਸ ਆ, ਪੇਨਸ ਨੇ, ਉਹਦੇ ਵਿੱਚ ਡਿਫਰੈਂਟ ਫਿਜ਼ੀਓਥੈਰੇਪੀ ਦੇ ਵਿੱਚ ਪ੍ਰੋਟੋਕੋਲਸ ਨੇ ਜੀ। ਠੀਕ ਹੈ ਜੀ। ਉਹਦੇ ਵਿੱਚ ਇਲੈਕਟ੍ਰੋਥੈਰੇਪੀ ਆ, ਉਹਦੇ ਵਿੱਚ ਐਕਸਰਸਾਈਜ਼ ਥੈਰੇਪੀ ਆ, ਉਹਦੇ ਵਿੱਚ ਹਾਈਡਰੋਥੈਰੇਪੀ ਆ, ਵੈਕਸ ਥੈਰੇਪੀ ਆ। देयर आर ਸੋ ਮੈਨੀ ਡਿਫਰੈਂਟ ਥਿੰਗਸ। ਉਹ ਹਰ ਪੇਸ਼ੈਂਟ ਦੀ ਡਿਫਰੈਂਟ ਹੋ ਜਾਂਦੀ ਹੈ ਡਿਪੈਂਡਿੰਗ ਅਪਨ what stage ਤੇ ਤੁਸੀਂ ਆ ਰਹੇ ਹੈਗੇ ਹੋ। ਬਟ ਅਗੇਨ ਜਦੋਂ ਤੁਸੀਂ ਗੱਲ ਕੀਤੀ ਹੈ ਕਿ ਸਹੀ ਸਟੇਜ ਤੇ ਅਗਰ ਤੁਸੀਂ ਆਉਂਦੇ ਹੋ ਤਾਂ ਰਿਜ਼ਲਟਸ ਬਹੁਤ ਵਧੀਆ ਮਿਲਦੇ ਨੇ ਔਰ ਜਲਦੀ ਮਿਲਦੇ ਨੇ। ਹਾਂਜੀ। ਇਹਦੇ ਵਿੱਚ ਕਮਲ ਜੀ ਇਦਾਂ ਹੁੰਦਾ ਜੀ ਕਿ ਜਦੋਂ ਆਹ ਸਾਰੇ ਚੀਜ਼ਾਂ ਤੋਂ ਤੁਸੀਂ ਸਫਰ ਕਰ ਰਹੇ ਹੋ, ਤੁਸੀਂ ਫਿਜ਼ੀਓਥੈਰੇਪੀ ਵਾਸਤੇ ਆਉਂਦੇ ਹੋ, ਕਲੀਨਿਕ ਤੇ ਆਉਂਦੇ ਹੋ ਜਾਂ ਕਿਸੇ ਵੀ ਫਿਜ਼ੀਓਥੈਰੇਪੀ ਕਲੀਨਿਕ ਤੇ ਜਾਂਦੇ ਹੈਗੇ ਹੋ, ਤਾਂ ਜਿਹੜੇ ਉੱਥੇ ਪ੍ਰੋਫੈਸ਼ਨਲਸ ਬੈਠੇ ਹੁੰਦੇ ਨੇ ਉਹ ਇਹਨੂੰ ਪ੍ਰੋਪਰਲੀ ਡਾਇਗਨੋਸ ਕਰਦੇ ਨੇ। ਉਹ ਤੁਹਾਡੇ ਡਾਕਟਰ ਦੀਆਂ ਰਿਕਮੈਂਡੇਸ਼ਨਸ ਦੇਖਦੇ ਆ, ਤੁਹਾਡੇ ਸਪੈਸ਼ਲਿਸਟ ਦੀਆਂ ਰਿਕਮੈਂਡੇਸ਼ਨਸ ਦੇਖਦੇ ਆ ਔਰ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਹੁੰਦੀ ਹੈ ਜੀ। ਹੁਣ ਉਹ ਟ੍ਰੀਟਮੈਂਟ ਸ਼ਾਰਟ ਆਫ ਸਰਜਰੀ ਮੈਂ ਗੱਲ ਕਰਨ ਲੱਗਿਆ, ਉਹਦੇ ਵਿੱਚ ਜੀ ਬ੍ਰੇਸਿਸ ਵੀ ਦਿੰਦੇ ਆ ਅਸੀਂ। ਹਾਂਜੀ। ਉਹਦੇ ਵਿੱਚ ਸਪਲਿੰਟਸ ਬਣਦੀਆਂ, ਉਹ ਮੈਂ ਦਿਖਾਵਾਂਗਾ ਇੱਥੇ ਸਰੋਤਿਆਂ ਨੂੰ ਕਿ ਕਿੱਦਾਂ ਦੀ ਬ੍ਰੇਸ ਜਿਹੜੀ ਹੁੰਦੀ ਆ ਉਹ ਹੈਲਪ ਕਰਦੀ ਆ। ਇਹਦੇ ਵਿੱਚ ਜੇ ਧਿਆਨ ਨਾਲ ਦੇਖਿਆ ਨਾ, ਤੁਹਾਡੀਆਂ ਫਿੰਗਰਸ ਤੇ ਥੰਬ ਦੀ ਮੂਵਮੈਂਟਸ ਨੂੰ ਲੌਕ ਨਹੀਂ ਕਰ ਰਹੇ ਅਸੀਂ, ਪਰ ਤੁਹਾਡੇ ਰਿਸਟ ਨੂੰ ਅਸੀਂ ਥੋੜੀ ਦੇਰ ਲਈ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ। ਸੋ ਇਹ ਸਾਰਿਆਂ ਤੋਂ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈਗਾ ਕਿ ਜਿਹੜੀ ਬ੍ਰੇਸ ਆ ਉਹ ਇੱਕ ਨਾ ਕਿ ਤੁਸੀਂ ਖੁਦ ਜਾਓ ਕਿ ਓਕੇ ਜੀ ਮੈਨੂੰ ਰਿਸਟ ਬ੍ਰੇਸ ਚਾਹੀਦੀ ਆ ਤੇ ਵਾਲਮਾਰਟ ਤੋਂ ਜਾਂ ਸ਼ਾਪਰ ਤੋਂ ਜਾ ਕੇ ਲੈ ਲਓ। ਹਰ ਰਿਸਟ ਬ੍ਰੇਸ ਕਾਰਪਲ ਟਨਲ ਦੀ ਬ੍ਰੇਸ ਨਹੀਂ ਹੋ ਸਕਦੀ। ਸੋ ਉਹ ਜਦੋਂ ਤੁਹਾਡਾ ਇੱਕ ਸਪੈਸ਼ਲਿਸਟ ਤੁਹਾਨੂੰ ਦੇਖਦਾ, ਥੈਰੇਪਿਸਟ ਤੁਹਾਨੂੰ ਦੇਖਦਾ, ਉਹ ਡਾਇਗਨੋਸ ਕਰਦਾ, ਉਹ ਦੇਖਦਾ ਕਿ ਕਿੰਨੇ ਐਂਗੂਲੇਸ਼ਨ ਦੀ ਪ੍ਰੋਬਲਮ ਆ, ਕਿੱਦਾਂ ਦੀ ਬ੍ਰੇਸ ਇਹਨਾਂ ਨੂੰ ਚਾਹੀਦੀ ਆ, ਤਾਂ ਉਹ ਕਸਟਮਾਈਜ਼ਡ ਬਣਦੀ ਆ ਜੀ। ਉਹਦੇ ਵਿੱਚ ਉਹ ਪ੍ਰੋਪਰ ਮੈਜ਼ਰਮੈਂਟ ਲੈ ਕੇ ਫਿਰ ਉਹ ਤਰੀਕੇ ਨਾਲ ਬਣਾਈ ਜਾਂਦੀ ਆ। ਕਈ ਕਲਾਇੰਟਸ ਨੂੰ ਨਾਈਟ ਸਪਲਿੰਟਸ ਰੈਫਰ ਕੀਤੀਆਂ ਜਾਂਦੀਆਂ ਨੇ। ਉਹ ਡਿਫਰੈਂਟ ਹੁੰਦੀਆਂ, ਡੇ ਸਪਲਿੰਟਸ, ਨਾਈਟ ਸਪਲਿੰਟਸ। ਬਿਲਕੁਲ ਜੀ। ਨਾਈਟ ਸਪਲਿੰਟਸ ਜਿਹੜੀਆਂ ਨੇ ਉਹ ਥੋੜਾ ਹਾਰਡ ਮਟੀਰੀਅਲ ਦੀਆਂ ਬਣਦੀਆਂ ਹੈਗੀਆਂ, ਉਹਦੇ ਵਿੱਚ ਤੁਹਾਡੇ ਪ੍ਰੋਪਰ ਮੈਜ਼ਰਮੈਂਟ ਕਰਕੇ ਕਾਸਟ ਦੇ ਉੱਤੇ ਉਹ ਬਣਾਈਆਂ ਜਾਂਦੀਆਂ ਔਰ ਉਹ ਤੁਹਾਨੂੰ ਇਸ ਕਰਕੇ ਦਿੱਤੀਆਂ ਜਾਂਦੀਆਂ ਕਮਲ ਜੀ ਕਿਉਂਕਿ ਰਾਤ ਨੂੰ ਕਈ ਵਾਰੀ ਇਹ ਹੁੰਦਾ ਜੀ ਕਿ ਸੌਣ ਦਾ ਪੋਸਚਰ ਜਿਹੜਾ ਹੈ ਨਾ, ਕਈਆਂ ਨੂੰ ਆਦਤ ਹੁੰਦੀ ਹੈ ਰਿਸਟ ਨੂੰ ਸਿਰ ਥੱਲੇ ਹੱਥ ਦੇ ਕੇ ਸੌਣ ਦੀ, ਥੋੜਾ ਰਿਸਟ ਟਵਿਸਟ ਹੋਇਆ ਰਹਿੰਦਾ ਰਾਤ ਨੂੰ। ਜਦੋਂ ਸੌਂਗੇ ਉਦੋਂ ਨਹੀਂ, ਪਰ ਸਮਟਾਈਮਸ ਇਨ ਬਿਟਵੀਨ ਦਾ ਨਾਈਟ ਉਹ ਸ਼ਾਰਪ ਸ਼ੂਟਿੰਗ ਪੇਨਸ ਹੱਥ ਚ ਆਉਂਦੀਆਂ, ਫਿਰ ਉਹ ਬਹੁਤ ਅਨਈਜ਼ੀ ਹੁੰਦਾ, ਅਨੋਇੰਗ ਹੁੰਦਾ, ਨੀਂਦ ਡਿਸਟਰਬ ਹੁੰਦੀ ਆ। ਉਹਨਾਂ ਕੇਸਿਸ ਦੇ ਵਿੱਚ ਨਾਈਟ ਸਪਲਿੰਟ, ਨਾਈਟ ਬ੍ਰੇਸਿਸ ਦਿੱਤੀਆਂ ਜਾਂਦੀਆਂ ਜੀ। ਸੋ ਇਹ ਇਨੀਸ਼ੀਅਲ ਸਟੇਜਸ ਦੇ ਉੱਤੇ ਆ। ਥੈਰੇਪੀ ਦੇ ਵਿੱਚ ਜਦੋਂ ਸ਼ੁਰੂ ਹੁੰਦਾ ਫਿਰ ਨਾਲ ਦੇ ਨਾਲ ਤੁਹਾਨੂੰ ਸਟ੍ਰੈਚਸ ਦੱਸੇ ਜਾਂਦੇ ਆ,
ਐਕਸਰਸਾਈਜ਼ਸ ਦੱਸੀਆਂ ਜਾਂਦੀਆਂ, ਕੁਝ ਤੁਹਾਨੂੰ ਐਕਸਰਸਾਈਜ਼ਸ ਕਰਵਾਈਆਂ ਜਾਂਦੀਆਂ। ਹਾਂਜੀ, ਜਿਹੜਾ ਪ੍ਰੋਵਾਈਡਰ ਹੁੰਦਾ ਉਹ ਆਪਣੀ ਨਿਗਰਾਨੀ ਦੇ ਵਿੱਚ ਕਰਾਉਂਦਾ ਤੁਹਾਨੂੰ, ਜਿਹੜਾ ਪ੍ਰੋਫੈਸ਼ਨਲ ਹੁੰਦਾ। ਫਿਰ ਉਹ ਤੁਹਾਨੂੰ ਹੋਮ ਰੈਮੀਡੀਜ਼ ਦੱਸਦੇ ਨੇ ਕਿ ਘਰ ਦੇ ਵਿੱਚ ਆਹ ਐਕਸਰਸਾਈਜ਼ਸ ਤੁਸੀਂ ਕਰਨੀਆਂ, ਆਹ ਚੀਜ਼ਾਂ ਜਿਹੜੀਆਂ ਤੁਸੀਂ ਕਰ ਸਕਦੇ ਹੋ ਜਾਂ ਤੁਸੀਂ ਅਵੋਇਡ ਕਰ ਸਕਦੇ ਹੋ। ਬਹੁਤੀ ਵਾਰੀ ਕਮਲ ਜੀ ਇਹੀ ਜਿਹੜੀ ਪ੍ਰੋਬਲਮ ਹੁੰਦੀ ਹੈ, ਇਹ ਤਾਂ ਪਤਾ ਹੁੰਦਾ ਵੀ ਕੀ ਕਰਨਾ, ਇਹ ਨਹੀਂ ਪਤਾ ਵੀ ਇਹ ਚੀਜ਼ਾਂ ਨਹੀਂ ਕਰਨੀਆਂ, ਇਹ ਸ਼ਾਇਦ ਕਰ ਸਕਦੇ ਹਾਂ। ਜੇ ਇੰਨੀ ਕੁ ਗਾਈਡੈਂਸ ਦੇ ਨਾਲ ਅਸੀਂ ਸਰਜਰੀ ਤੋਂ ਬਚ ਸਕਦੇ ਹਾਂ ਤਾਂ ਵਾਈ ਨਾਟ ਐਗਜ਼ੈਕਟਲੀ ਜੀ, ਬਿਲਕੁਲ। ਸਿਰਫ ਸਪਲਿੰਟਸ ਯੂਜ਼ ਕਰਨ ਨਾਲ ਜਾਂ ਫਿਜ਼ੀਓਥੈਰੇਪੀ ਕਰਾਉਣ ਦੇ ਨਾਲ ਅਸੀਂ ਆਪਣੀ ਬਾਡੀ ਨੂੰ ਅੰਡਰ ਦਾ ਨਾਈਫ ਜਾਣ ਤੋਂ ਬਚਾ ਸਕਦੇ ਹਾਂ। ਸੋ ਵਾਈ ਨਾਟ ਟੂ ਟਰਾਈ ਥੀਸ ਐਂਡ ਦੈਨ ਅਸੀਂ ਉਧਰ ਨੂੰ ਤੁਰੀਏ। ਬਿਲਕੁਲ ਜੀ। ਔਰ ਕਈ ਵਾਰੀ ਇਦਾਂ ਹੁੰਦਾ ਜੀ ਕਿ ਇਹ ਚੀਜ਼ਾਂ ਚੱਲ ਰਹੀਆਂ ਹੁੰਦੀਆਂ, ਤੁਹਾਡੇ ਸਿੰਪਟਮਸ ਰਿਵਾਈਜ਼ ਹੋਣ ਲੱਗ ਪੈਂਦੇ ਨੇ। ਵੈਨ ਯੂ ਗੋ ਇਨ ਦਾ ਫੋਲੋ ਅਪ ਟ੍ਰੀਟਮੈਂਟਸ, ਤਾਂ ਸਪੈਸ਼ਲਿਸਟ ਜਾਂ ਤੁਹਾਡੇ ਫੈਮਿਲੀ ਡਾਕਟਰਸ ਤੁਹਾਨੂੰ ਕਹਿੰਦੇ ਆ ਕਿ ਓਕੇ ਕੰਟੀਨਿਊ ਵਾਟ ਯੂ ਆਰ ਡੂਇੰਗ, ਬਿਕੋਜ਼ ਜੇ ਤੁਹਾਨੂੰ ਇੰਪਰੂਵਮੈਂਟ ਲੱਗ ਰਹੀ ਹੈ ਤਾਂ ਕੰਟੀਨਿਊ ਦੈਟ ਵਨ। ਔਰ ਉਹਦੇ ਵਿੱਚ ਉਹ ਤੁਹਾਨੂੰ ਐਡਵਾਈਸ ਕਰਦੇ ਆ ਕਿ ਵੀ ਕੈਨ ਗਿਵ ਯੂ ਅ ਇੰਜੈਕਸ਼ਨ ਐਜ਼ ਵੈਲ, ਤੇ ਉਹ ਤੁਹਾਨੂੰ ਹੋ ਸਕਦਾ ਜ਼ਿਆਦਾ ਬੂਸਟਿੰਗ ਕਰਦੇ, ਜਲਦੀ ਹੈਲਪ ਕਰ ਸਕਦਾ। ਸੋ ਇੰਜੈਕਸ਼ਨ ਵੀ ਆਪਸ਼ਨ ਹੁੰਦੀ ਹੈ ਜੀ, ਬਟ ਅਗੇਨ ਇਹ ਸ਼ਾਰਟ ਆਫ ਸਰਜਰੀ ਹੈ, ਮਤਲਬ ਤੁਸੀਂ ਸਰਜਰੀ ਵੱਲ ਨੂੰ ਨਾ ਜਾਓ, ਉਸ ਨੂੰ ਰੋਕਣ ਲਈ ਇਹ ਸਾਰੀਆਂ ਚੀਜ਼ਾਂ ਬਣੀਆਂ ਹੁੰਦੀਆਂ ਜੀ। ਬਟ ਸਮਹਾਉ ਜੀ ਕਈ ਕਲਾਇੰਟਸ ਦੀ ਸਟੇਜ ਇਦਾਂ ਦੀ ਹੁੰਦੀ ਆ ਕਿ ਉਹ ਦੱਸਦੇ ਨੇ ਕਿ ਅਸੀਂ 10-10 15-15 ਫਿਜ਼ੀਓਜ਼ ਕਰਾ ਲਈਆਂ ਨੇ, ਅਸੀਂ ਇੰਜੈਕਸ਼ਨਸ ਵੀ ਲਗਵਾ ਲਏ ਨੇ, ਸਾਨੂੰ ਕੋਈ ਹੈਲਪ ਨਹੀਂ ਹੋ ਰਹੀ ਹੈਗੀ, ਐਂਡ ਦੈਨ ਦੇ ਗੋ ਫॉर ਦ ਸਰਜਰੀ। ਹਮੇਸ਼ਾ ਇੱਕ ਚੀਜ਼ ਧਿਆਨ 'ਚ ਰੱਖਣੀ ਜ਼ਰੂਰੀ ਹੈ ਜੀ ਕਿ ਤੁਹਾਡੀ ਕੰਡੀਸ਼ਨ ਕਿਸੇ ਹੋਰ ਦੇ ਨਾਲੋਂ ਡਿਫਰੈਂਟ ਹੋ ਸਕਦੀ ਹੈ, ਦੋ ਯੂ ਆਰ ਸਫਰਿੰਗ ਵਿਦ ਦ ਸੇਮ ਪ੍ਰੋਬਲਮ ਦੇ ਨਾਲ ਨਾ, ਪਰ ਟ੍ਰੀਟਮੈਂਟ ਪੈਟਰਨਸ ਡਿਫਰੈਂਟ ਹੋ ਸਕਦੇ ਆ। ਤੁਹਾਡੀ ਬਾਡੀ ਇੱਕ ਟ੍ਰੀਟਮੈਂਟ ਨੂੰ ਕਿੱਦਾਂ ਰਿਸਪੌਂਡ ਕਰ ਰਹੀ ਹੈ, ਦੂਜੇ ਦੀ ਕਿੱਦਾਂ ਕਰ ਰਹੀ ਹੈ, ਉਹ ਡਿਫਰੈਂਟ ਹੋ ਸਕਦਾ। ਸੋ ਇਹ ਸਾਰੇ ਪ੍ਰੋਟੋਕੋਲਸ ਨੂੰ ਦੇਖ ਕੇ ਹੀ ਇੱਕ ਟ੍ਰੀਟਮੈਂਟ ਸੈੱਟ ਹੁੰਦੀ ਹੈ। ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਕਰਨੀਆਂ ਬੜੀਆਂ ਜ਼ਰੂਰੀ ਹੈ ਜੀ। ਸਰਜਰੀ ਦੇ ਵਿੱਚ ਇਦਾਂ ਹੋ ਜਾਂਦਾ ਜੀ ਕਿ ਸਰਜਰੀ ਕਰਵਾ ਕੇ ਵੀ ਤੁਹਾਨੂੰ ਸਰਜਨ ਨੇ ਇਹੀ ਕਹਿਣਾ ਕਿ ਗੋ ਫॉर ਫਿਜ਼ੀਓ। ਹੁਣ ਸਾਡੇ ਕੋਲ ਸਰਜਰੀ ਕਰਵਾ ਕੇ ਵੀ ਕਲਾਇੰਟਸ ਆਉਂਦੇ ਨੇ, ਔਰ ਉਹ ਮੈਨੂੰ ਯਾਦ ਹੈ ਜਿਹੜੇ ਉਹ ਸਾਡੇ ਲਾਸਟ ਪ੍ਰੋਵਾਈਡਰ ਦਾ ਗੱਲ ਕਰ ਰਹੇ ਸੀਗੇ ਕਿ ਆਈ ਥਿੰਕ ਦੈਟ ਪਰਸਨ ਵਾਸ ਵਰਕਿੰਗ ਫॉर ਕੈਨੇਡਾ ਪੋਸਟ। ਹਾਂਜੀ, ਉਹਦੇ ਵਿੱਚ ਉਹਨਾਂ ਦੀ ਜੌਬ ਸੀਗੀ ਸੌਰਟਿੰਗ ਦੀ, ਐਂਡ ਸ਼ੀ ਵਾਸ ਡੂਇੰਗ ਇਟ ਫॉर ਅ ਲੌਂਗ ਪੀਰੀਅਡ, ਤੇ ਉਹਨਾਂ ਦੇ ਪੇਨਸ ਹੋ ਰਹੇ ਸੀਗੇ ਬਹੁਤ ਸਵੀਅਰ, ਔਰ ਪਿਛਲੇ 6-7 ਮਹੀਨਿਆਂ ਤੋਂ ਚੱਲ ਰਹੇ ਸੀਗੇ, ਐਂਡ ਦੈਨ ਉਹਨਾਂ ਨੂੰ ਕੋਈ ਸੋਲੂਸ਼ਨ ਨਹੀਂ ਮਿਲਿਆ, ਤੇ ਦੈਨ ਸ਼ੀ ਵੈਂਟ ਫॉर ਅ ਸਰਜਰੀ। ਐਂਡ ਆਫਟਰ ਸਰਜਰੀ ਸ਼ੀ ਕੇਮ, ਐਂਡ ਦੈਨ ਉਹਦੇ ਤਾਂ ਵੀ ਉਹਨਾਂ ਦੇ ਪ੍ਰੋਬਲਮ ਸੀਗੀ, ਐਂਡ ਦੈਨ ਦ ਡਾਕਟਰ ਆਲਰੇਡੀ ਟੋਲਡ ਹਰ ਕਿ ਚਾਂਸਸ ਆਰ 70 to 80% that you will get better, but again ਇਹਦੇ 'ਚ ਇਹ ਬੜਾ ਇੰਪੋਰਟੈਂਟ ਹੈ, ਜਿਹੜੀ ਨਮਨੈਸ ਹੈ ਨਾ ਜੀ, ਅਸੀਂ ਇਹ ਸੋਚ ਕੇ ਸਰਜਰੀ ਕਰਾ ਲੈਂਦੇ ਹਾਂ ਕਿ ਓਕੇ ਮੈਂ ਸਰਜਰੀ ਕਰਾਉਣੀ ਆ ਤਾਂ ਵਿਦ ਇਨ ਅ ਵੀਕ ਆਈ ਵਿਲ ਬੀ ਨਾਰਮਲ। ਇਦਾਂ ਨਹੀਂ ਹੁੰਦਾ ਹੈਗਾ ਜੀ। ਸਰਜਰੀ ਤੋਂ ਬਾਅਦ ਵੀ 6 to 12 ਮੰਥਸ ਲੱਗਦੇ ਆ ਜੀ ਤੁਹਾਡੇ ਪ੍ਰੋਪਰ ਹੋਣ ਦੇ ਵਿੱਚ, ਫੰਕਸ਼ਨਿੰਗ ਪ੍ਰੋਪਰ ਦੇ ਵਿੱਚ ਜੀ। ਨਰਵ ਦੀ ਨਮਨੈਸ ਨੂੰ ਜਾਂਦਿਆਂ ਲਾਈਕ ਇਟ ਟੇਕਸ ਟਾਈਮ। ਸੋ ਇਹ ਹਮੇਸ਼ਾ ਯਾਦ ਰੱਖੋ ਜੀ ਕਿ ਜਦੋਂ ਵੀ ਤੁਸੀਂ ਇਹ ਚੀਜ਼ ਕਰ ਰਹੇ ਹੈਗੇ ਹੋ, ਡਿਸਕਸ ਵਿਦ ਯੂਅਰ ਸਪੈਸ਼ਲਿਸਟ, ਡਿਸਕਸ ਵਿਦ ਯੂਅਰ ਡਾਕਟਰ ਕਿ ਤੁਹਾਡਾ ਗੋਲ ਕੀ ਹੈ ਤੇ ਐਕਚੁਅਲ ਚ ਗੋਲ ਕਿੱਦਾਂ ਅਚੀਵ ਹੋਣਾ। ਹਾਂਜੀ, ਮੇਰਾ ਗੋਲ ਇਹ ਹੋ ਸਕਦਾ ਜੀ ਕਿ ਮੈਂ ਅੱਜ ਸਰਜਰੀ ਕਰਾਵਾਂ ਤੇ 15 ਦਿਨਾਂ ਨੂੰ ਮੈਂ ਨਾਰਮਲ ਹੋ ਜਾ, ਪਰ ਸਰਜਨ ਤੁਹਾਨੂੰ ਦੱਸੂਗਾ ਕਿ ਇਟਸ ਨਾਟ ਗੋਇੰ ਟੂ ਬੀ ਨਾਰਮਲ ਵਿਦ ਇਨ 15 ਡੇਜ਼, ਇਟਸ ਗੋਇੰ ਟੂ ਟੇਕ few months yeah. So ਇਹ ਸਾਰੀਆਂ ਚੀਜ਼ਾਂ ਨੂੰ ਫਿਜ਼ੀਓਥੈਰੇਪੀ ਵੀ ਉਹ ਜ਼ਰੂਰ ਰეკਮੈਂਡ ਕਰਦੇ ਨੇ, ਔਰ ਉਹ ਕਰਾਣੀ ਵੀ ਚਾਹੀਦੀ ਹੈ ਤਾਂ ਜੋ ਤੁਹਾਡੀ ਅਗਰ ਸਰਜਰੀ ਹੋ ਚੁੱਕੀ ਹੈ ਤਾਂ ਉਹਦੀ ਜਿਹੜੀ ਹੀਲਿੰਗ ਆ ਉਹ ਫਾਸਟ ਹੋ ਸਕੇ। ਸੋ ਉਹਦੇ ਵਿੱਚ ਬੜੀਆਂ ਚੀਜ਼ਾਂ ਹੁੰਦੀਆਂ ਜੀ। ਸਰਜਰੀ ਤੋਂ ਬਾਅਦ ਉਹ ਬੈਂਡੇਜਸ ਲੱਗੀਆਂ ਹੁੰਦੀਆਂ, ਹੱਥ ਤੁਹਾਡਾ ਬੰਨਿਆ ਹੁੰਦਾ, ਆਲਰੇਡੀ ਮਸਲਸ ਵੀਕ ਹੋਏ ਹੁੰਦੇ ਨੇ, ਬ੍ਰੇਸ ਬੰਨਦੇ ਹੋ ਜਾਂ ਬੈਂਡੇਜ ਲਗਾ ਕੇ ਹੋਰ ਵੀਕ ਹੁੰਦੇ ਨੇ, ਦੈਨ ਦੇयर ਆਰ ਸਰਟਨ ਥਿੰਗਸ ਵੀ ਹੈਵ ਟੂ ਵਰਕ ਔਨ। ਹੌਲੀ ਹੌਲੀ ਕਰਕੇ ਉਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਹੈਗੀਆਂ। ਸੋ ਇਹ ਸਾਰੇ ਫੈਕਟਰਸ ਜਿਹੜੇ ਨੇ ਹੈਲਪ ਕਰਦੇ ਆ ਜੀ। ਬਿਲਕੁਲ ਠੀਕ ਹੈ। ਸੋ ਅਸੀਂ ਹੁਣੇ ਡਾਇਗਨੋਸਿਸ ਕਰ ਲਿਆ, ਸਾਰੇ ਵਿਊਅਰਸ ਨੂੰ ਇਨਫੋਰਮੇਸ਼ਨ ਦੇ ਦਿੱਤੀ, ਸੋ ਅਸੀਂ ਕੁਝ ਪ੍ਰੀਵੈਂਟਿਵ ਮੈਜਰਸ ਵੀ ਦੱਸ ਸਕਦੇ ਹਾਂ ਆਪਣੇ ਵਿਊਅਰਸ। ਸਟ੍ਰੈਚ ਆਫ ਦਾ ਵੀਕ ਲੈ ਕੇ ਹਮੇਸ਼ਾ ਹਾਜ਼ਰ ਹੁੰਦੇ ਆ ਜੀ। ਉਹ ਮੈਂ ਆਪਣੇ ਸਰੋਤਿਆਂ ਨੂੰ ਇੱਕ ਸਲਾਈਡ ਸ਼ੋ ਕਰਦੇ ਹਾਂ ਹੁਣੇ ਸਟ੍ਰੈਚ ਆਫ ਦਾ ਵੀਕ ਦੀ। ਸੋ ਇਹਦੇ ਵਿੱਚ ਇਦਾਂ ਹੈਗਾ ਜੀ ਕਿ ਅਗਰ ਵੈਸੇ ਵੀ ਜੇ ਤੁਸੀਂ ਕੋਈ ਤੁਹਾਡੀ ਇਦਾਂ ਦੀ ਜੌਬ ਹੈਗੀ ਆ ਜਿਹਦੇ ਵਿੱਚ ਰਿਸਟ ਦੀ ਮੂਵਮੈਂਟਸ ਰੈਪੀਟੇਟਿਵ ਹੋ ਰਹੀਆਂ ਹੈਗੀਆਂ, ਤਾਂ ਤੁਸੀਂ ਉੱਪਰ ਵਾਲਾ ਦੇਖ ਰਹੇ ਹੋ ਫਲੈਕਸ਼ਨ, ਉਹ ਰਿਸਟ ਨੂੰ ਬੈਂਡ ਕਰਨ ਦਾ ਤਰੀਕਾ, ਉਹਨਾਂ ਕੀ ਬੈਂਡ ਕਰਨਾ ਜੀ। ਐਕਸਟੈਂਸ਼ਨ ਉੱਪਰ ਨੂੰ ਕਰਨ ਦਾ ਤਰੀਕਾ 5-10 ਟਾਈਮਸ ਦੀਆਂ ਰੈਪੀਟੇਸ਼ਨਸ ਕਰ ਸਕਦੇ ਹੋ, ਪਲੱਸ ਹੱਥ ਨੂੰ ਸਾਈਡ ਨੂੰ ਵਿਚ ਇਜ਼ ਕਾਲਡ ਰੇਡੀਅਲ ਐਂਡ ਅਲਨਰ ਡਿਵੀਏਸ਼ਨ ਸਾਈਡ ਦੇ ਉੱਤੇ, ਔਰ ਲਾਸਟ ਦੇ ਵਿੱਚ ਮੁੱਠੀ ਬਣਾ ਕੇ ਫੋਰਆਰਮ ਨੂੰ ਘੁਮਾਉਣਾ, ਸਿੱਧਾ ਕਰਨਾ, ਇਹ ਕਰਨੀਆਂ ਜ਼ਰੂਰੀ ਨੇ ਜੀ। ਅਗਰ ਅਸੈਂਬਲੀ ਲਾਈਨ ਵਰਕਰਸ ਹੋ, ਕੋਈ ਵੀ ਰੈਪੀਟੇਟਿਵ ਮੂਵਮੈਂਟਸ ਕਰ ਰਹੇ ਹੈਗੇ ਹੋ,
ਤਾਂ ਇਨ ਬਿਟਵੀਨ ਜਦੋਂ ਵੀ ਟਾਈਮ ਲੱਗਦਾ ਇਹ ਸਟ੍ਰੈਚਸ ਨੂੰ ਜ਼ਰੂਰ ਕਰੋ ਤਾਂ ਜੋ ਤੁਹਾਡੇ ਮਸਲਸ ਟਾਈਟ ਨਾ ਹੋਣ ਔਰ ਇਹ ਤੁਹਾਨੂੰ ਹੈਲਪ ਕਰਨਗੇ ਜੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਦਿੱਤੀ ਇਨਫੋਰਮੇਸ਼ਨ ਪਸੰਦ ਆਏਗੀ। ਕਮਲ ਜੀ ਜਾਣ ਤੋਂ ਪਹਿਲਾਂ ਤੁਸੀਂ ਕੁਝ ਵਾਈਂਡ ਅਪ ਨੋਟਸ ਕਰਨਾ ਹੋਵੇ? ਹਾਂਜੀ, ਮੈਂ ਆਪਣੇ ਕਲੀਨਿਕ ਦੀ ਲੋਕੇਸ਼ਨ ਸਾਰਿਆਂ ਨੂੰ ਦੱਸਣੀ ਚਾਹੂੰਗੀ। ਅਸੀਂ ਬ੍ਰੈਂਪਟਨ ਦੇ ਵਿੱਚ ਮੇਫੀਲਡ ਐਂਡ ਵੈਨਕਰਕ ਦੇ ਕਾਰਨਰ ਪਲਾਜ਼ਾ ਤੇ ਹੈਗੇ 527 ਵੈਨਕਰਕ ਡਰਾਈਵ। ਸੋ ਯੂ ਕੈਨ ਕਾਲ ਅਸ, ਮੇਕ ਐਨ ਅਪਾਇੰਟਮੈਂਟ ਐਂਡ ਵੀ ਵਿਲ ਬੀ ਵੈਰੀ ਹੈਪੀ ਟੂ ਹੈਲਪ ਯੂ। ਥੈਂਕ ਯੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।